पौड़ी महला पंजवा। वडे वडे जो दिसै लोग, तिनको व्यापै चिंता रोग। कौन वड्डा माया वड्याई, सो वड्डा जिन राम लिव लाई। सो वड्डा जिन राम लिव लाई। भूमिया भूम ऊपर नित लूजै, छोड़ चले तृष्णा नहीं बूझै। कहो नानक ये तत विचारा, बिन हर भजन नहीं छटकारा। कहो नानक ये तत विचारा, बिन हर भजन नहीं छटकारा। परम सत्कारयोग गुरु महाराज जी दे पावन पवित्र सत्संग विच हाजरी भर रहे सत्संगी जनों, आओ जिथे शरीर करके जुड़े हो उथे अपनिया मन बिरतियां नूं भी एकाग्र करो। भाव जो तुहाडी चेता शक्ति है, जो सोच है, जो ध्यान है, किसी भी तरीके तुहानूं समझ आउंदा होवे, तुसीं इहनूं ध्यान कह लो, चेता शक्ति कह लो, मन कह लो। इस मन नूं भी सत्संग दे विच हाज़र करो। जदों तक सत्संग दी बख्शिश हुंदी रहे, उदों तक इस गल ते पहरा दिओ। की दिओ? पहरा दिओ कि साडा जिहड़ा चित्त है, साडी जिहड़ी बिरती है, साडा जिहड़ा मन है, ये किते होर ना जावे। इस सत्संग के एक एक वचन नूं यादाश्त बना के, एक घटना बना के, उस सत्संग नूं एक गुण जान के, किसी न किसी तरीके उस सत्संग नूं अपनी झोली दे विच, अपने खजाने दे विच उन्हें पाउंदे जाओ। तुहाडा खजाना किहड़ा है? मन दी झोली। खजाना कहते हुंदे संत महात्मा एक गले दे विच झोली पाउंदे, मुंदा संतोख सरमपत झोली। वो झोली दे विच अपना वो जो भी उन्हां कोल बाणी, कोई पोथी, गुटका साहब या कोई होर जरूरी वस्तु जो उन्हां दे लोड़ दी होवे रोजाना, वो उहदे विच रखदे। ते संतां महात्मा दा जिहड़ा खजाना उही हुंदा बस, वो जो नाल लैके अपने तुरे फिरदे। जदों लोड़ पैंदी उहदे चों कढ के वरत लैंदे। इस करके तुसीं अपने मन की झोली बनाओ, खजाना बनाओ। एक एक वचन नूं अपने उस खजाने विच पाओ। कुछ संसार चलन हार है, संसार एक बदलाव का नाम है। तुसीं संसार के बदलाव नूं रोक नहीं सकते। जे वो रुक गया तो फिर वो ब्रह्म कादा? तुसीं कानून दे उल्ट ना जाओ, तो चल रहे, वो तो झरना वग रहे,
ਸਮਾਂ ਚੱਲ ਰਿਹਾ, ਕਿਸੇ ਨੂੰ ਚੁੱਕ ਲੈਂਦਾ ਹੈ, ਕਿਸੇ ਨੂੰ ਛੱਡ ਦਿੰਦਾ ਹੈ, ਕਿਸੇ ਨੂੰ ਚੁੱਕ ਲੈਂਦਾ ਹੈ, ਕਿਸੇ ਨੂੰ ਗੋਦ 'ਚ ਬਿਠਾ ਲੈਂਦਾ। ਕੁਛ ਨਾ ਕੁਛ ਹਰ ਘੜੀ ਵਾਪਰ ਰਿਹਾ, ਤੁਹਾਡੇ ਨਾਲ ਵੀ ਕੁਝ ਨਾ ਕੁਝ ਵਾਪਰ ਰਿਹਾ। ਕਿਸੇ ਨਾਲ ਚੰਗਾ ਵਾਪਰ ਰਿਹਾ, ਕਿਸੇ ਨਾਲ ਮਾੜਾ ਵਾਪਰ ਰਿਹਾ। ਆਓ ਪਹਿਲਾਂ ਹਾਜ਼ਰੀ ਲਵਾ ਲਓ, ਫਿਰ ਇਸ ਬਖਸ਼ਿਸ਼ ਨੂੰ ਆਪਣੀ ਝੋਲੀ ਪਵਾਓ। ਇਹ ਬਖਸ਼ਿਸ਼ ਹੈ, ਇਹ ਤੁਹਾਨੂੰ ਜੀਵਨ ਜੀਣ ਦੇ ਵਿੱਚ ਸਹਾਈ ਹੋਏਗੀ। ਜੇ ਤੁਸੀਂ ਇਹ ਬਚਨਾਂ ਨੂੰ ਆਪਣੇ ਪੱਲੇ, ਆਪਣੇ ਖਜ਼ਾਨੇ ਵਿੱਚ ਬੰਨ ਲਓਗੇ, ਤੇ ਜਦੋਂ ਤੁਸੀਂ ਜੀਵਨ ਜੀਓਗੇ, ਇਹ ਬਚਨ ਉਦੋਂ ਤੁਹਾਨੂੰ ਜੀਵਨ ਜੀਣ ਦੇ ਵਿੱਚ ਕੰਮ ਆਉਣਗੇ। ਇਹਨੂੰ ਖਜ਼ਾਨਾ ਕਿਉਂ ਕਹਿੰਦੇ ਨੇ? ਇਹ ਉੱਤਮ ਸ਼ਲੋਕ ਸਾਧ ਕੇ ਬਚਨ ਅਮਰੀਕ ਲਾਲੇ ਰਤਨ ਇਹਨੂੰ ਕਿਉਂ ਕਹਿੰਦੇ ਨੇ? ਇਹ ਸੰਤਾਂ ਦਾ ਇੱਕ ਇੱਕ ਬਚਨ ਹੀ ਜੀਵਨ ਬਦਲ ਦਿੰਦਾ। ਇੱਕ ਇੱਕ ਬਚਨ। ਮੈਂ ਮਹਾਤਮਾ ਤੋਂ, ਸੰਤਾਂ ਤੋਂ ਐਸਾ ਐਸਾ ਕੁਝ ਸਿੱਖਿਆ ਜਿਹੜਾ ਮੈਨੂੰ ਪਹਿਲੇ ਕਦੇ ਸੋਚ ਆ ਹੀ ਨਹੀਂ ਸਕਦਾ ਸੀ, ਉਹ ਧਿਆਨ ਚ ਆ ਹੀ ਨਹੀਂ ਸਕਦਾ ਸੀ। ਆਓ ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਦੇਵ ਮਹਾਰਾਜ ਕੀ ਜੈ। ਸ੍ਰੀ ਚੰਦਰ ਭਗਵਾਨ ਸਾਹਿਬ ਜੀ ਕੀ ਜੈ। ਇਸ ਕਰਕੇ ਮਹਾਤਮਾ ਦੇ ਬਚਨ ਵਡਮੁੱਲੇ ਹੁੰਦੇ। ਇਹ ਸਾਰੀ ਬਾਣੀ ਸੰਤਾਂ ਮਹਾਤਮਾ ਦੇ ਬਚਨ ਤੋਂ ਹੈ, ਗੁਰੂਆਂ ਦੇ ਬਚਨ ਤੋਂ ਹੈ। ਸੰਤਾਂ ਨੇ ਕਿਹਾ ਇਕੱਲੇ ਬੰਦੇ ਦਾ ਹੀ ਜਨਮ ਨਹੀਂ ਹੁੰਦਾ, ਜੀਵ ਜੰਤੂ ਦਾ ਹੀ ਜਨਮ ਨਹੀਂ ਹੁੰਦਾ। ਉਹ ਕਹਿੰਦੇ ਜਿਹੜੇ ਤੁਹਾਡੇ ਮਨ ਦੇ ਵਿੱਚ ਫੁਰਨਾ ਆਉਂਦਾ ਨਾ, ਫੁਰਨਾ, ਇਹ ਆਂਡਾ ਬਣਦਾ ਬੀ, ਤੇ ਜਦੋਂ ਤੁਸੀਂ ਉਹ ਫੁਰਨੇ ਨੂੰ ਮੂੰਹ ਚ ਲੈ ਆਉਂਦੇ ਹੋ, ਤੁਹਾਡੇ ਮੂੰਹ ਚੋਂ ਨਿਕਲ ਜਾਂਦਾ, ਉਹ ਬਚਨ ਦਾ ਜਨਮ ਹੋ ਜਾਂਦਾ। ਉਹ ਬਚਨ ਕਦੇ ਨਾ ਕਦੇ ਜ਼ਿੰਦਗੀ ਵਿੱਚ ਚੰਗਾ ਹੈ ਤੇ ਤੁਹਾਨੂੰ ਸਾਰਥਕ ਸਹਾਈ ਹੋਏਗਾ, ਮਦਦਗਾਰ ਸਹਾਈ ਹੋਏਗਾ। ਜੇ ਬੁਰਾ ਹੈ ਤੇ ਉਹ ਦਰਖਤ ਦਾ ਛਾਪਾ ਬਣ ਕੇ ਖੜ ਜਾਏਗਾ। ਕੰਡਿਆਂ ਵਾਲਾ ਝਾਫਾ ਦੇਖਿਆ ਤੁਸੀਂ ਕਦੇ? ਕਈ ਵਾਰੀ ਅਸੀਂ ਬੱਚਿਆਂ ਨੂੰ ਐਵੇਂ ਮੂੰਹ ਚੋਂ ਗੱਲ ਕੱਢ ਦਿੰਦੇ ਆ, ਜਾਂ ਤੇਰਾ ਬੇੜਾ ਬਹਿ ਜਾਏ, ਤੇਰਾ ਏਦਾਂ ਹੋ ਜਾਏ। ਫਿਰ ਜਦੋਂ ਬਹਿੰਦਾ ਹੈ ਉਦੋਂ ਮਾਵਾਂ ਰੋਂਦੀਆਂ, ਜਦੋਂ ਘਰ ਡੁੱਬ ਜਾਂਦਾ ਹੈ ਫਿਰ ਰੋਂਦੀਆਂ, ਰੋਂਦੀਆਂ ਨਾ, ਕਿਉਂ? ਉਹ ਬਚਨ ਕਦੇ ਨਾ ਕਦੇ ਜਨਮ ਲਿਆ ਸੀ, ਉਹ ਬਚਨ ਵੱਡਾ ਹੋ ਗਿਆ। ਕਿਉਂ ਕਹਿੰਦੇ ਆ ਥੋੜਾ ਬੋਲੋ? ਜਿਵੇਂ ਜਿਵੇਂ ਤੁਸੀਂ ਭਗਤੀ ਕਰਦੇ ਜਾਂਦੇ ਹੋ, ਇੱਕ ਚੰਗੀ ਆਦਤ ਹੈ ਚਲੋ ਹੱਸਣਾ ਖੇਡਣਾ, ਪਰ ਹੁਣ ਤੁਹਾਡੇ ਛੋਟੇ ਤੋਂ ਛੋਟੇ ਬਚਨ ਦਾ ਵੀ ਮੁੱਲ ਹੈ। ਤੁਸੀਂ ਇਸ ਗੱਲ ਨੂੰ ਬੁਰਾ ਨਾ ਮੰਨੋ ਵੀ ਸਾਨੂੰ ਕਿਉਂ ਰੋਕ ਰਹੇ ਆ ਬੋਲਣ ਤੋਂ, ਹੱਸਣ ਖੇਡਣ ਕਿਉਂ ਨਹੀਂ ਦੇ ਰਹੇ। ਜਦੋਂ ਬੰਦਾ ਜੱਜ ਲੱਗ ਜਾਂਦਾ, ਜੱਜ, ਜਦੋਂ ਬੰਦਾ ਕਿਸੇ ਉੱਚੀ ਪਦਵੀ ਤੇ ਪਹੁੰਚ ਜਾਂਦਾ ਹੈ, ਆਈਡੀਅਲ ਬਣ ਜਾਂਦਾ ਲੋਕਾਂ ਦਾ, ਤੁਹਾਡੇ ਬ੍ਰਸ਼ ਕਰਨ ਦਾ ਸਟਾਈਲ ਵੀ ਲੋਕੀ ਕਾਪੀ ਕਰਦੇ ਨੇ। ਤੁਹਾਡਾ ਖੰਗੂਰਾ ਮਾਰਨ ਦਾ, ਖਾਂਸੀ ਕਰਨ ਦਾ, ਛਿੱਕ ਮਾਰਨ ਦਾ ਲੋਕ ਵੀ ਤੁਹਾਡੇ ਤੋਂ ਸਿੱਖਦੇ ਨੇ। ਵੀ ਸੰਤ ਸਾਧੂਆਂ ਨੂੰ ਜੇ ਛਿੱਕ ਆਉਂਦੀ ਹੈ, ਨਿੱਛ ਆਉਂਦੀ ਹੈ, ਖਾਂਸੀ ਆਉਂਦੀ ਹੈ, ਤੇ ਉਹ ਕਿਵੇਂ ਖੰਗਦੇ ਨੇ? ਤੁਹਾਡੇ ਕੋਲ ਪਦਵੀ ਹੈ, ਤੁਸੀਂ ਮਹਾਤਮਾ ਹੋ, ਸੰਤ ਹੋ। ਤੁਹਾਡੇ ਮੂੰਹ ਚੋਂ ਨਿਕਲਿਆ ਹੈ, ਭਾਵੇਂ ਤੁਸੀਂ ਜਾਣੇ ਚ ਕੱਢ ਦਿੱਤਾ, ਭਾਵੇਂ ਅਣਜਾਣੇ ਚ ਕੱਢ ਦਿੱਤਾ, ਜਿਹੜਾ ਤੁਸੀਂ ਬਚਨ ਕੱਢ ਦਿੱਤਾ ਹੈ ਨਾ, ਉਹ ਬਚਨ ਨੇ ਜਨਮ ਲੈ ਲਿਆ, ਔਰ ਉਹ ਜਵਾਨ ਹੋਏਗਾ। ਉਹ ਜਵਾਨ ਹੋ ਕੇ
ਤੁਹਾਡੇ ਤੇ ਵਰੇਗਾ। ਜੇ ਤਾਂ ਮਿੱਠਾ ਬਚਨ ਹੈ ਤੇ ਉਹ ਤੁਹਾਡੇ ਤੇ ਛਾਂ ਕਰੇਗਾ, ਤੁਹਾਨੂੰ ਧੁੱਪ ਤੋਂ ਬਚਾਏਗਾ। ਜੇ ਕੌੜਾ ਬਚਨ ਹੈ ਉਹ ਤੁਹਾਡੇ ਲਈ ਮੁਸੀਬਤ ਖੜੀ ਕਰੇਗਾ। ਜਦੋਂ ਸੰਤਾਂ ਨੇ ਇੰਨੀ ਗੱਲ ਕਹੀ ਤੇ ਮੈਂ ਇਸ ਤੋਂ ਤੁਰ ਪਿਆ, ਇਸ ਲਾਈਨ ਤੇ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਸੋਚਿਆ ਸੰਸਾਰ ਦੇ ਵਿੱਚ ਹੈਗੇ ਹੀ ਬਚਨ ਨੇ, ਕੋਈ ਦੂਜਾ ਤਾਂ ਰਾਹ ਹੀ ਨਹੀਂ ਹੈਗਾ। ਜ਼ਿੰਦਗੀ ਨੂੰ ਬਣਾਉਣ ਦਾ ਤੇ ਡੇਗਣ ਦਾ, ਜ਼ਿੰਦਗੀ ਨੂੰ ਵਿਅਰਥ ਕਰਨ ਦਾ ਤੇ ਮੁੱਲਵਾਨ ਬਣਾਉਣ ਦਾ ਸਾਧਨ ਕੀ ਹੈ? ਜਦੋਂ ਉਹਨਾਂ ਮੇਰੇ ਇਸ ਗੱਲ ਵੱਲ ਧਿਆਨ ਦਿਵਾ ਦਿੱਤਾ ਨਾ, ਤਾਂ ਜਦੋਂ ਮੈਂ ਅੰਦਰ ਵਿਚਾਰ ਕੀਤੀ, ਮੈਂ ਕਿਹਾ ਬਚਨ ਹੀ ਤਾਂ ਐਸੀ ਚੀਜ਼ ਹੈ। ਤਾਈਓ ਤਾਂ ਸੁਖਮਨੀ ਸਾਹਿਬ ਦੀ ਬਾਣੀ ਕਹਿ ਰਹੀ ਹੈ, ਉੱਤਮ ਸ਼ਲੋਕ ਸਾਧ ਕੇ ਬਚਨ। ਜਿਹਨੇ ਬਚਨ ਕਮਾ ਲਿਆ, ਸਤਿਗੁਰੂ ਕੀ ਬਾਣੀ ਕਹਿੰਦੀ ਹੈ, ਜੋ ਸੰਤਾਂ ਦਾ ਬਚਨ ਕਮਾ ਗਿਆ ਉਹ ਤਾਂ ਤਰ ਗਿਆ, वो तो पार हो गया। एक वचन ही, एक शब्द मेरे प्राण बसत, एक शब्द एक वचन। सतगुरु दी बाणी कह रही है, जेड़ा संतां दे वचन कमाउंदा है वो कहंदे गुर प्रसादी करे। वो गुरु कृपा नाल, प्रसाद की है मेहर। जो अपने गुरु दा, अपने संत दा, अपने महात्मा दा जो वचन कमाउंदा है, वो वचन गुर प्रसाद बन जाता है। वो वचन गुर प्रसाद बन जाता है। सतगुरु की बाणी कहती है गुर प्रसादी तरया। वचन कमावे संतन का गुर प्रसादी तरया। इसे करके संत भी घट बोलते ने ते संतां नाल वचन भी घट करने चाहिए। जे तुसी बहुते कर दोगे तुहानू भुल जाएगा। जे तुसी चोणवें वचन कीते होणगे, चोणवें पहला विषय अपने अंदर लियाओ, किहड़े विषय ते संतां नाल गल करनी है, फिर उस विषय दा निचोड़, उहदा प्रश्न बनाओ उस विषय दा, फिर वो प्रश्न सत्कार सहित आगे करो संतां दे कि महाराज जी ये कैसे होगा। फिर वो वचन नूं ले लो। जिहड़ा वचन एक बारी संतां महात्मा दे मुख चों हो गया ना, उस वचन नूं फिर गंढ बन लो। ते जो होना हुंदा है, भावें सीधे तौर पे तुहानू महात्मा नहीं कहिंदे, संसार दे विच जो वापरना हुंदा है वो तुहानू बचना राही तरीके नाल, वो कहंदे जिहड़ा बुद्धि वाला होएगा, जिहड़ा आत्मा च बैठा होएगा, जिहड़ा अंदर जुड़िया होएगा, वो आपे समझ लेगा। वो आपदा भुलेखा अज ही कढ ले। पर मैं एक दिन कहा सी, महात्मा कदे भी अपने प्यो दे ढिड तो कपड़ा नहीं चुकदे। एक गलत गल है। भविखबाणी करनी अपने प्यो दे ढिड तो कपड़ा चुकण दे बरोबर होती है। इसी करके महात्मा इस गल तो टलदे ने। कहंदे ने कोई नहीं, चंगा होएगा, तू लगा रह, बस इशारा दे देंदे ने। महात्मा कदे वक्त दे ढिड तो कपड़ा नहीं चुकदे, रब दे ढिड तो कपड़ा नहीं चुकदे। बच्चा अपनी मां दा ढिड तो कपड़ा नहीं चुकदा भी इहदे च की है। सियाणियां जनानियां जदों अपने बच्चे नूं दुध भी पिआउंदियां ने ते ढक के पिआउंदियां ने। बेअकलियां दा छड्डो, बेअकलियां तो उधरों दुध पिआउणगियां, उधरों वीडियो बनाई जाणगे ते मुड़ के नेट ते पा देणगे।
ਸਿਆਣੇ ਕਹਿੰਦੇ ਹੁੰਦੇ ਸੀ ਗੁੜ ਆਪਣਾ ਵੀ ਖਾਈਏ ਤੇ ਢੱਕ ਕੇ ਖਾਈਏ। ਪਰਦੇ ਦੀ ਬੜੀ ਮਹਾਨਤਾ ਹੈ। ਸੋ ਆਓ, ਇਹ ਬਚਨ ਮੇਰੇ ਧਿਆਨ ਚ ਆਇਆ, ਮੈਂ ਤੁਹਾਡੇ ਨਾਲ ਸਾਂਝਾ ਕੀਤਾ, ਤੁਸੀਂ ਇਸ ਬਚਨ ਦਾ ਲਾਹਾ ਲੈ ਸਕੋ ਕਿ ਜੋ ਵੀ ਤੁਹਾਡੇ ਮੁਖ ਚੋਂ, ਸੰਤਾਂ ਦੇ ਮੁਖ ਚੋਂ, ਮਹਾਤਮਾ ਦੇ ਮੁਖ ਚੋਂ, ਗੁਰੂਆਂ ਦੇ ਮੁਖ ਚੋਂ ਜਿਹੜਾ ਬਚਨ ਨਿਕਲੇਗਾ, ਉਹ ਬਚਨ ਇੱਕ ਦਿਨ ਨੂੰ ਵੱਡਾ ਹੋਏਗਾ, ਉਹ ਦਰਖਤ ਬਣੇਗਾ, ਉਹ ਫਲ ਦੇਗਾ, ਕਿੱਕਰ ਕਿੱਕਰ ਵਾਲਾ ਦੇਗਾ, ਅੰਬ ਅੰਬ ਵਾਲਾ ਦੇਗਾ। ਬੀਜੈ ਕੀ ਬੀਜੈ? ਦਾਖ ਬਿਜੋਰੀਆਂ। ਉਹ ਕਹਿੰਦੇ ਤੂੰ ਕਿੱਕਰ ਬੀਜ ਕੇ ਬਿਜੋਰ ਦੀਆਂ ਦਾਖਾਂ ਲੱਭਦਾ ਹੈ, ਐਸਾ ਤਾਂ ਨਹੀਂ ਹੋ ਸਕਦਾ। ਇਹ ਬਚਨ ਨਾਲ ਹੀ ਬੀਜ ਬੀਜਿਆ ਜਾਂਦਾ ਹੈ। ਜੋ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਉਹੀ ਕਰਮ ਬਣ ਜਾਂਦਾ ਫਿਰ ਤੁਹਾਡਾ, ਉਹ ਬਚਨ ਹੀ ਕਰਮ ਬਣ ਜਾਂਦਾ। ਜੇ ਅਸੀਂ ਕਿਸੇ ਨੂੰ ਕਹਿਤਾ ਵੀ ਤੂੰ ਸੰਤਾਂ ਨੂੰ ਧੱਕੇ ਮਾਰਦਾ, ਤੂੰ ਧੱਕੇ ਹੀ ਖਾਏਗਾ। ਹੁਣ ਜਦੋਂ ਉਹਨੂੰ ਧੱਕੇ ਪੈਣੇ ਨੇ ਤੇ ਉਹ ਕਰਮ ਨਹੀਂ ਬਣ ਜਾਣਾ। ਕਰਮ ਕੀ ਹੈ? ਵਰਕ, ਕੰਮ। ਜੋ ਬੰਦਾ ਜਾਗਣ ਤੋਂ ਲੈ ਕੇ ਸੌਣ ਤੱਕ ਕਰਦਾ ਤੇ ਸੌਣ ਤੋਂ ਲੈ ਕੇ ਜਾਗਣ ਤੱਕ ਕਰਦਾ, ਕੁਛ ਕਾਰਜ ਕਰਾਂ ਨਾਲ ਕਰਦਾ ਹੈ, ਹੱਥਾਂ ਨਾਲ ਕਰਦਾ ਹੈ, ਕਰਮ ਕਰਾਂ ਨਾਲ ਕਰਦਾ ਹੈ, ਕੁਛ ਬੁੱਧੀ ਨਾਲ ਕਰਦਾ ਹੈ, ਕੁਛ ਨਿਗਾਹ ਨਾਲ ਕਰਦਾ ਹੈ, ਕੁਛ ਇੰਦਰੀਆਂ ਨਾਲ ਕਰਦਾ ਹੈ, ਕੁਛ ਆਤਮਾ ਨਾਲ ਕਰਦਾ ਹੈ। ਕਰਮ ਤੇ ਜਿਸ ਤਰ੍ਹਾਂ ਦਾ ਤੁਹਾਡਾ ਕਰਮ ਹੋਵੇਗਾ ਉਹਦਾ ਦਾ ਫਲ ਲੱਗ ਜਾਏਗਾ। ਇਸ ਕਰਕੇ ਬਚਨ ਬੜੀ ਵੱਡੀ ਤਾਕਤ ਰੱਖਦਾ ਹੈ। ਬਚਨ ਜਿਹੜਾ ਬਚਨ ਕਮਾ ਗਿਆ, ਜਿਹਨੇ ਬਚਨ ਦੀ ਡੂੰਘਾਈ ਜਾਣ ਲਈ, ਸੰਸਾਰ ਹੈ, ਕਲਯੁਗ ਹੈ, ਥੋੜਾ ਬਹੁਤ ਵਾਧ ਘਾਟ ਹੋ ਜਾਂਦੀ ਹੈ, ਪਰ ਅੰਦਰੋਂ ਭਾਵਨਾ ਸ਼ੁੱਧ ਹੋਣੀ ਚਾਹੀਦੀ ਹੈ। ਤੁਹਾਡੇ ਮਹਾਤਮਾ ਦਾ, ਸੰਤਾਂ ਦਾ, ਗੁਰੂਆਂ ਦਾ ਅੰਦਰ ਭੈ ਹੋਣਾ ਚਾਹੀਦਾ ਹੈ। ਜਿਹੜਾ ਉਹਨਾਂ ਨੇ ਤੁਹਾਨੂੰ ਕਾਰਜ ਖੇਤਰ ਦਿੱਤਾ ਹੈ, ਤੁਸੀਂ ਉਸ ਕਾਰਜ ਖੇਤਰ ਦੇ ਵਿੱਚ ਰਹਿ ਕੇ ਕੰਮ ਕਰਨਾ ਹੈ। ਉਹ ਵੱਖਰੀ ਗੱਲ ਹੈ, ਮਨ ਵਾਲਿਆਂ ਨਾਲ ਮਨ ਦੇ ਤੌਰ ਤੇ ਗੱਲ ਕਰੀ ਜਾਓ, ਆਤਮਾ ਵਾਲਿਆਂ ਨਾਲ ਆਤਮਾ ਦੇ ਸਤਰ ਤੇ ਗੱਲ ਕਰੀ ਜਾਓ। ਧਾਰਮਿਕ ਗੱਲ ਕਰਦਾ ਉਹਦਾ ਧਾਰਮਿਕ ਜਵਾਬ ਦਿਓ, ਦੁਨਿਆਵੀ ਕਰਦਾ ਉਹਦਾ ਦੁਨਿਆਵੀ ਜਵਾਬ ਦਿਓ। ਨਹੀਂ ਤੁਹਾਡੇ ਮਤਲਬ ਦੀ ਖਹਿੜਾ ਛਡਾਓ। ਜਿੱਥੇ ਸੱਤ ਕਹਿਣਾ ਉੱਥੇ ਸੱਤ ਕਹੋ, ਝੂਠ ਤੋਂ ਗੁਰੇਜ਼ ਰੱਖੋ। ਜਿੱਥੇ ਝੂਠ ਬੋਲਣਾ ਪਵੇ, ਮਾਰੇ ਕਹਿੰਦੇ ਉੱਥੇ ਚੁੱਪ ਚੰਗੀ। ਜਿੱਥੇ ਬਹੁਤਾ ਰੌਲਾ ਪੈ ਰਿਹਾ ਹੋਵੇ ਨਾ ਝੂਠੇ ਲੋਕਾਂ ਦਾ, ਤੁਹਾਡੀ ਨਾ ਕੋਈ ਸੁਣ ਰਿਹਾ ਹੋਵੇ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ। ਜਿੱਥੇ ਕੋਈ ਗੱਲ ਨਾ ਸੁਣ ਰਿਹਾ ਹੋਵੇ ਉੱਥੇ ਚੁੱਪ ਚੰਗੀ, ਪਿੱਛੇ ਹੋ ਜਾਓ। ਤੇਲ ਵੇਖੋ ਤੇ ਤੇਲ ਦੀ ਢਾਲ ਵੇਖੋ, ਵਕਤ ਵੇਖੋ ਤੇ ਵਕਤ ਦੀ ਮਜਾਜ ਵੇਖੋ। ਇਸ ਸੰਸਾਰ ਦੇ ਉੱਤੇ ਸਾਰੇ ਨਤਾਰੇ ਹੁੰਦੇ ਨੇ, ਸਾਰੇ ਨਤਾਰੇ ਇੱਥੇ ਹੀ ਹੁੰਦੇ ਨੇ। ਉਹ ਲੋਕ ਭੁਲੇਖੇ ਦੇ ਵਿੱਚ ਨੇ ਜਿਹੜੇ ਕਿਸੇ ਦੂਸਰੇ ਦੇਸ਼ ਵਿੱਚ ਫੈਸਲੇ ਹੋਣ ਦੀ ਉਡੀਕ 'ਚ ਬੈਠੇ ਨੇ। ਉਹ ਭੁਲੇਖੇ 'ਚ ਨੇ, ਉਹ ਆਪਣੇ ਗੁਨਾਹ ਦੀ ਲਿਸਟ ਲੰਬੀ ਕਰੀ ਜਾਂਦੇ ਨੇ। ਨਤਾਰੇ ਇੱਥੇ ਹੀ ਹੋ ਜਾਂਦੇ ਨੇ ਸਾਰੇ। तो परमात्मा की बात नूं समझो, रब दी रजा नूं समझो। जिंदड़ी देख की बनदा पिया दुनिया ते, आपदा कर्म पछाण। जदों कोई घटना होवे ना, जदों कोई परलो आवे
ਆਪਣੇ ਕਰਮ ਨੂੰ ਹੋਰ ਪੱਕਾ ਕਰ ਲਓ। ਜਦੋਂ ਕੋਈ ਰੁੜਿਆ ਜਾਂਦਾ ਵੇਖੋ, ਆਪਣੇ ਪੈਰ ਪਿੱਛੇ ਖਿੱਚ ਲਓ, ਆਪਣੇ ਦਿਮਾਗ 'ਚ ਪੱਕੀ ਕਰ ਲਓ ਗੱਲ। ਜਦੋਂ ਕਿਸੇ ਨੂੰ ਸਜ਼ਾ ਖਾਂਦਾ ਵੇਖੋ, ਤੁਹਾਡਾ ਸਭ ਤੋਂ ਵੱਡਾ ਪਛਤਾਪ ਇਹ ਹੈ, ਤੁਸੀਂ ਆਪਣੇ ਆਪ ਸਵੈ ਚਿੰਤਨ 'ਚ ਆ ਜਾਓ। ਆਪਣੀ ਬੁੱਧੀ ਨੂੰ, ਆਪਣੀ ਮਨ ਨੂੰ ਇਹ ਗੱਲ ਸਮਝਾਓ, ਵੇਖ ਮਨਾ, ਜੋ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਕੋਈ ਚੰਗਾ ਬੀਜਦਾ ਚੰਗਾ ਵੱਢ ਲੈਂਦਾ। ਜੇ ਅੱਜ ਕੋਈ ਅਮੀਰੀਆਂ ਭੋਗਦਾ ਪਿਆ, ਇਹਨੇ ਕਿਸੇ ਨਾ ਕਿਸੇ ਦਿਨ ਚੰਗਾ ਬੀਜਿਆ ਸੀ। ਇਹਦਾ ਜਦੋਂ ਵਕਤ ਆਇਆ ਹੋਣਾ, ਇਹਨਾਂ ਦਾ ਮਾਂ ਪਿਓ, ਕੋਈ ਵੱਡਾ ਗੁਰੂ ਸਤਿਗੁਰੂ, ਜਦੋਂ ਇਹਨਾਂ ਨੇ ਪਰਮਾਤਮਾ ਨੂੰ, ਅੱਲਾ ਨੂੰ, ਖੁਦਾ ਨੂੰ ਖੁਸ਼ ਕੀਤਾ ਹੋਣਾ, ਕਿਸੇ ਮਾਤਾ ਨੇ, ਕਿਸੇ ਭੈਣ ਨੇ, ਕਿਸੇ ਬਜ਼ੁਰਗ ਨੇ ਮੰਗਿਆ ਹੋਣਾ, ਪਰਮਾਤਮਾ ਮੇਰਾ ਪੋਤਰਾ ਸੋਨੇ ਦੀ ਥਾਲੀ ਵਿੱਚ ਸੋਨੇ ਦੇ ਚਮਚ ਨਾਲ ਖੀਰ ਖਾਵੇ। ਪੋਤਰਾ ਵੀ ਮਿਲ ਗਿਆ, ਦੁੱਧ ਵੀ ਮਿਲ ਗਿਆ, ਖੀਰ ਦੁੱਧ ਦੀ ਬਣੇਗੀ, ਤੇ ਸੋਨੇ ਦੀ ਥਾਲੀ ਤਾਂ ਹੀ ਆਏਗੀ ਜੇ ਧਨ ਇੰਨਾ ਹੋਏਗਾ। ਮੰਗਿਆ, ਪਰ ਜਿਨ੍ਹਾਂ ਨੇ ਧਨ ਮੰਗਿਆ ਆਪਣੀ ਔਲਾਦ ਵਾਸਤੇ, ਨਾਲ ਬੰਦਗੀ ਨਹੀਂ ਮੰਗੀ, ਸਿਮਰਨ ਨਹੀਂ ਮੰਗਿਆ, ਦੋ ਮਾਤਾ ਸੀ ਮਾਤਾ, ਉਹ ਦੋਨੋਂ ਗੁਰਦੁਆਰੇ ਜਾਇਆ ਕਰਨ, ਮੰਦਿਰ ਜਾਇਆ ਕਰਨ, ਨਾਲ ਆਪਣੇ ਪੋਤਰਿਆਂ ਨੂੰ, ਆਪਣੇ ਬੱਚਿਆਂ ਨੂੰ ਲੈ ਜਾਇਆ ਕਰਨ। ਇੱਕ ਮਾਤਾ ਅਰਦਾਸ ਕਰਿਆ ਕਰੇ, ਪਰਮਾਤਮਾ ਇਹਨੂੰ ਆਜ਼ਾਦੀ ਦੇਈ, ਇਸ ਬੱਚੇ ਨੂੰ ਉਮਰ ਦੇਈ, ਤੇ ਉਸ ਉਮਰ ਦੇ ਵਿੱਚ ਇਹਨੂੰ ਨੇਕ ਕਰਮ ਕਰਨ ਦੀ ਤੌਫੀਕ ਬਖਸ਼ੀ। ਇਹ ਤੇਰੀ ਰਜ਼ਾ 'ਚ ਆਪਣੀ ਜ਼ਿੰਦਗੀ ਜੀਏ, ਸੰਤਾਂ ਦੀ ਸੇਵਾ ਕਰੇ, ਗਰੀਬਾਂ ਦਾ ਰਾਖਾ ਬਣੇ, ਇਹ ਆਪਣੀ ਕੁਲ ਦਾ ਨਾਮ ਰੋਸ਼ਨ ਕਰੇ, ਇਹਨੂੰ ਸੰਤ ਸੇਵੀ ਬਣਾਈ ਪਰਮਾਤਮਾ। ਹੁਣ ਮਾਤਾ ਬੰਦਗੀ ਵਾਲੀਆਂ ਸੀ, ਸਾਧਨਾ 'ਚ ਬਹਿੰਦੀਆਂ ਸੀ, ਦੂਜੀ ਮਾਤਾ ਕਹੇ ਪਰਮਾਤਮਾ ਇਹਨੂੰ ਇੰਨਾ ਕੁ ਧਨ ਦੇਈ, ਇਹਦੀਆਂ ਪੁਸ਼ਤਾਂ ਖਾਣ, ਇਹਨੂੰ ਇੰਨੀ ਜ਼ਮੀਨ ਜਾਇਦਾਦ ਜਗੀਰ ਦੇਈ, ਇਹਨਾਂ ਦੇ ਕੁੱਤਿਆਂ ਨੂੰ ਸੰਗਲ ਵੀ ਸੋਨੇ ਦੇ ਹੋਣ, ਇੰਨਾ ਇਹਨੂੰ ਧਨ ਦੇਈ। ਮਹਾਤਮਾ ਇਹ ਗੱਲ ਸੁਣਦੇ ਸੀ, ਇਹ ਸੁਣਦੇ ਸੀ, ਜਿਸ ਧਰਮ ਜਗ੍ਹਾ ਤੇ ਉਹ ਜਾਂਦੀਆਂ ਸੀ। ਕਿਰਪਾ ਹੋਈ, ਦੋਨਾਂ ਦੀਆਂ ਅਰਦਾਸਾਂ ਪੂਰੀਆਂ ਹੋ ਗਈਆਂ। ਇੱਕ ਬੜਾ ਵੱਡਾ ਜ਼ਮੀਨ ਜਾਇਦਾਦ ਵਾਲਾ ਜ਼ਗੀਰਦਾਰ ਬਣ ਗਿਆ, ਇੱਕ ਲੋਕਾਂ ਦੇ ਦੁੱਖ ਦਰਦ ਵੰਡਾਉਣ ਵਾਲਾ ਸੋਸ਼ਲ ਵਰਕਰ, ਜਿਹਨੂੰ ਕਹਿ ਲੈਨੇ ਆਪਾਂ, ਜਾਂ ਸਮਾਜ ਸੇਵੀ ਕਹਿ ਲਓ, ਭਲਾ ਪੁਰਖ ਬਣ ਗਿਆ। ਇਥੋਂ ਤੱਕ ਕਿ ਜਾਨਵਰਾਂ ਨੂੰ ਵੀ ਜਦੋਂ ਕਿਸੇ ਦੇ ਕੀੜਾ ਪਿਆ ਹੋਵੇ, ਕਿਸੇ ਦਾ ਜ਼ਖਮ ਹੋਇਆ ਹੋਵੇ, ਤੇ ਉਹਨਾਂ ਤੇ ਵੀ ਪੱਟੀਆਂ ਕਰਿਆ ਕਰੇ। ਅੱਗੇ ਸ਼ਾਦੀ ਹੋਈ ਤੇ ਉਹਦੀ ਪਤਨੀ ਵੀ ਉਹੋ ਜਿਹੀ ਹੋ ਗਈ, ਅੱਗੇ ਬੱਚੇ ਹੋਏ ਤੇ ਉਹ ਵੀ ਉਹੋ ਜਿਹੇ ਹੋ ਗਏ, ਤੇ ਇਲਾਕੇ ਵਿੱਚ ਨਾ ਹੋ ਗਿਆ, ਸ਼ੋਭਾ ਹੋਣ ਲੱਗ ਪਈ। ਜਦੋਂ ਕੋਈ ਦੁੱਖ ਸੁੱਖ ਹੋਣਾ, ਉਹਨਾਂ ਨੇ ਫੋਨ ਕਰਨਾ, ਸੁਨੇਹਾ ਦੇਣਾ ਵੀ ਭਾਈ ਉਹ ਸੇਵਾ ਵਾਲੇ ਬੰਦੇ ਨੇ। ਜਦੋਂ ਕੋਈ ਲੋੜ ਪੈਣੀ, ਉਹਨਾਂ ਨੇ ਸੇਵਾ ਕਰਨੀ। ਦੂਜੇ ਪਾਸੇ ਹੁਣ ਜਦੋਂ ਕਮਾਇਆ ਧਨ ਮਿਲ ਗਿਆ, ਔਲਾਦ ਨੂੰ ਮਿਹਨਤ ਨਾ ਬਹੁਤੀ ਕਰਨੀ ਪਈ, ਉਹ ਸੱਪ ਬਣ ਗਿਆ, ਡੰਗ ਲੱਗ ਗਿਆ ਮਾਰਨ।
ਜਵਾਕ ਹੌਲੀ ਹੌਲੀ ਬਦਮਾਸ਼ੀ ਚ ਆ ਗਿਆ, ਹਥਿਆਰ ਲੈ ਲੈ, ਇਲਾਕੇ ਦੇ ਵਿੱਚ ਬਦਮਾਸ਼ੀ ਕਰਨੀ, ਬੰਦੇ ਨੂੰ ਬੰਦਾ ਨਾ ਸਮਝਣਾ। ਹੌਲੀ 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 ਸਮਾਂ ਬੀਤਿਆ, ਨਸ਼ੇ ਚ ਪੈ ਗਿਆ। ਜਦੋਂ ਰਿਜ਼ਲਟ ਦਾ ਟਾਈਮ ਆਇਆ, ਹੌਲੀ 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 ਕਰਕੇ ਹੁਣ ਜਿਹੜੇ ਨਸ਼ੇ ਤੇ ਲੱਗ ਗਏ, ਬੁਰੇ ਲੱਗ ਗਏ, ਕਿਸੇ ਦਾ ਮਾਰੋਗੇ, ਬਦਮਾਸ਼ੀ ਕਰੋਗੇ, ਤੁਸੀਂ ਕਿਸੇ ਨੂੰ ਮਾਰੋਗੇ, ਉਹ ਤੁਹਾਨੂੰ ਮਾਰ ਦੇਣਗੇ। ਇੱਕ ਦਿਨ ਘਰ ਖਾਲੀ ਹੋ ਗਿਆ, ਸੰਤ ਲੰਘੇ ਜਾਣ, ਘਰ ਦੇ ਵਿੱਚੋਂ ਸਵਾਲ ਕਰ ਲਿਆ ਵੀ ਮਹਾਰਾਜ ਜੀ ਇਹ ਕੀ ਬਣਿਆ? ਇਹਨਾਂ ਪਰਿਵਾਰਾਂ ਦਾ ਆਪਸ ਵਿੱਚ ਬੜੀ ਸਾਂਝ ਸੀ, ਇਹ ਪਰਿਵਾਰ ਹੱਸਦਾ ਵਸਦਾ ਪਿਆ ਤੇ ਇਹ ਪਰਿਵਾਰ ਐਡੀ ਉੱਤੀ ਚੜ ਕੇ ਫਿਰ ਡਿੱਗ ਪਿਆ। ਤੇ ਮਹਾਤਮਾ ਨੇ ਗੱਲ ਖੋਲੀ, ਉਹ ਕਹਿੰਦੇ ਇਸ ਪਰਿਵਾਰ ਨੂੰ ਮੰਗਣਾ ਆਉਂਦਾ ਸੀ, ਇਹਨਾਂ ਨੂੰ ਮੰਗਣਾ ਨਹੀਂ ਆਇਆ। ਇਹ ਚੰਗੀ ਕਿਸਮ ਦੇ ਮੰਗਤੇ ਸੀ, ਇਹ ਅਕਲ ਵਾਲੇ ਮੰਗਤੇ ਸੀ, ਇਹਨਾਂ ਦੇ ਵੱਡੇ ਸੀ, ਉਹਨਾਂ ਨੂੰ ਮੰਗਣਾ ਆਉਂਦਾ ਸੀ। ਉਹਨਾਂ ਸੁਰਤ ਨਾਲ ਮੰਗਿਆ, ਧਿਆਨ ਨਾਲ ਮੰਗਿਆ, ਜਾਗ ਕੇ ਮੰਗਿਆ, ਇਹਨਾਂ ਨੇ ਬੇਹੋਸ਼ੀ ਚ ਮੰਗਿਆ। ਇਹ ਦੋਨੋਂ ਪਰਿਵਾਰ ਜਿਹੜੇ ਸੀ ਸੰਤਾਂ ਮਹਾਤਮਾ ਦੀ ਸ਼ਰਨ ਚ ਜਾਂਦੇ ਸੀ, ਬੜੇ ਸੇਵਾ ਕਰਨ ਵਾਲੇ ਸੀ ਮਹਾਤਮਾ, ਉਹਨਾਂ ਨੂੰ ਕਦੀ ਖਾਲੀ ਨਹੀਂ ਸੀ ਮੋੜਦੇ। ਦੋਨਾਂ ਮਾਤਾਵਾਂ ਨੇ ਆਪੋ ਆਪਣੇ ਪਰਿਵਾਰ ਲਈ ਦਾਤਾਂ ਮੰਗੀਆਂ, ਇੱਕ ਨੇ ਕਰਮ ਚੰਗੇ ਮੰਗੇ, ਇੱਕ ਨੇ ਕੱਲਾ ਧਨ ਮੰਗ ਲਿਆ, ਨਾਲ ਕਰਮ ਨਹੀਂ ਮੰਗੇ। ਇਹਨਾਂ ਦਾ ਦੀਵਾ ਬੁਝ ਗਿਆ ਤੇ ਉਹਨਾਂ ਦੇ ਦੀਵੇ ਜਗ ਗਏ। ਤੁਹਾਡੀ ਜ਼ਿੰਦਗੀ ਵਿੱਚ ਵੀ ਐਸਾ ਵਕਤ ਜ਼ਰੂਰ ਆਏਗਾ ਜਿਸ ਦਿਨ ਤੁਹਾਡੇ 32 ਦੰਦਾਂ ਚੋਂ ਨਿਕਲੀ ਹੋਈ ਗੱਲ ਪਰਮਾਤਮਾ ਪੂਰੀ ਕਰਦਾ ਹੈ। ਜਦੋਂ ਕੋਈ ਜੀਵਨ ਵਿੱਚ ਸੰਤ ਸੇਵਦਾ ਹੈ, ਮਹਾਤਮਾ ਸੇਵਦਾ ਹੈ, ਸੱਤ ਨਾਲ ਜੁੜਦਾ ਹੈ, ਇਹ ਗੱਲ ਪੱਕੀ ਹੈ, ਉਹਨਾਂ ਨੂੰ ਵਰ ਮਿਲਦੇ ਹੈ। ਪਰ ਵਰ ਮੰਗੋ ਸੋਚ ਕੇ, ਸਮਝ ਕੇ। ਇਸ ਕਰਕੇ ਮਹਾਰਾਜ ਆਪਣੀ ਪਵਿੱਤਰ ਬਾਣੀ ਚ ਕਹਿੰਦੇ ਨੇ ਬੜੇ ਬੜੇ ਜੋ ਦੀਸੈ ਲੋਗ, ਤਿਨ ਕੋ ਵਿਆਪੈ ਚਿੰਤਾ ਰੋਗ। ਹੁਣ ਜਿਨ੍ਹਾਂ ਨੂੰ ਧਨ ਮਿਲ ਗਿਆ, ਜਦੋਂ ਪੁੱਤਰ ਨਸ਼ਾ ਕਰਦਾ, ਰਾਤ ਰਾਤ ਤੱਕ ਆਉਂਦਾ ਨਹੀਂ, ਮਾਂ ਕਦੇ ਲਾਈਟ ਬੁਝਾਉਂਦੀ ਹੈ, ਕਦੇ ਜਗਾਉਂਦੀ ਹੈ, ਬੂਹੇ ਵੱਲ ਵੇਖਦੀ ਰਹਿੰਦੀ ਹੈ। ਹੁਣ ਇਹੋ ਜਿਹੀ ਹਾਲਤ ਵਿੱਚ ਕੀ ਬੰਦਗੀ ਹੋਏਗੀ ਤੇ ਕੀ ਸਿਮਰਨ ਹੋਏਗਾ? ਗਿਆਨ ਹੋਣ ਦੇ ਬਾਵਜੂਦ ਵੀ ਕੁਝ ਨਹੀਂ ਹੋਣਾ। ਚਿੰਤਾ ਦੇ ਵਿੱਚ ਕੀ ਹੋ ਸਕਦਾ? ਚਿੰਤਾ ਚਿਖਾ ਸਮਾਨ ਹੈ, ਬੰਦਾ ਸੜਦਾ ਰਹਿੰਦਾ ਉਹਦੇ ਵਿੱਚ। ਕੀ ਬੰਦਗੀ ਹੋਏਗੀ? ਕੀ ਅੰਮ੍ਰਿਤ ਵੇਲਾ ਸੰਭਾਲੇਗਾ? ਜਿਹੜੀ ਸਾਰੀ ਰਾਤ ਮਾਂ ਤੇ ਪਿਓ ਆਪਣੇ ਬੱਚਿਆਂ ਦੀ ਇੰਤਜ਼ਾਰ ਕਰਦੇ ਆ ਨਿਕਲ ਜਾਏ, ਪਤਾ ਨਹੀਂ ਕੀ ਸੁਨੇਹਾ ਆਉਣਾ, ਗਏ ਸੀ ਆਏ ਕਿਉਂ ਨਹੀਂ, ਜਿਨ੍ਹਾਂ ਦਾ ਖਾਣ ਦਾ ਟਾਈਮ ਕੋਈ ਨਹੀਂ, ਪੀਣ ਦਾ ਟਾਈਮ ਕੋਈ ਨਹੀਂ। ਜਿਹੋ ਜੀ ਆਪ ਉਸਿਆਂ ਨਾਲ ਯਾਰਾਂ ਨੇ, ਤੇ ਚਿੰਤਾ ਤੇ ਰੋਗ ਵੱਧ ਗਏ। ਤੇ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਕਹਿੰਦੀ ਕੌਣ ਵੱਡਾ? ਮਾਇਆ ਵਡਿਆਈ। ਹੁਣ ਵੱਡਾ ਕਿਹਨੂੰ ਕਹੋਗੇ? ਜਿਨ੍ਹਾਂ ਨੂੰ ਮਾਇਆ ਨੇ ਵਡਿਆਈ ਦਿੱਤੀ ਹੈ, ਜਿਨ੍ਹਾਂ ਦੇ ਸੋਨੇ ਦੇ ਘਰ ਬਣੇ ਨੇ, ਜਿਨ੍ਹਾਂ ਦੇ ਘਰਾਂ ਦੇ ਅੱਗੇ ਨੌਕਰ ਚਾਕਰ ਖੜੇ ਨੇ। ਨਹੀਂ ਨਹੀਂ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ। ਕੀ ਕਿਹਾ? ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਈ। ਬਿਲਮ ਕਿਹਨੂੰ ਕਹਿੰਦੇ ਨੇ? ਇੱਕ ਮਿੰਟ ਲੱਗਦਾ ਹੈ,
मैं क्या सी ये दो संसार ने, अखां खुलियां ते इधर, अखां खुली अखां बंद ते उधर। बस इस खेड वास्ते सारी जिंदगी सिमरन करना भी जदों उस पासे जाना पवे ते मैं महात्मा बन के जावां, संत बन के जावां, सेवादार बन के जावां, सिख बन के जावां, ऐसा बन के जावां जिहदे नाल मैनूं कुत्ता बिल्ला ना बनना पवे, 84 लाख विच ना पैना पवे, किसी माड़ी कुख विच ना जाना पवे। मैं तामसी कामी भोगी किसी मां दे घर ना पैदा हो जा, किसी कलंकनी दे घर ना पैदा हो जा, मेरिया रगां च किते इहो जिहा खून ना पै जाए जेड़ा सारी जिंदगी मेरे तो साफ ही ना होवे मुड़ के। जे जन्म भी होवे, थोड़ी भी भगती होवे, कोई गल नहीं, घट्टो घट अगे कुख तां इहो जी मिल जाए जिस खून दे विच ही बंदगी होवे। जिस दिन तुहाडा तुसी गर्भ च पै जाए तुहाडा शरीर, उस शरीर दे अंदर जेड़ा खून जावे, उस खून दे कतरे कतरे दे विच आवाज आवे, एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। ओम भूर्भुवः स्वः तत्सवितुर्वरेण्यं भर्गो देवस्य धीमहि धियो यो नः प्रचोदयात्। ਉਹਦੇ ਚ ਮੰਤਰ ਗੂੰਜਣ, ਉਸ ਘਰ ਦੀ ਫਿਜ਼ਾ ਦੇ ਵਿੱਚ ਨਾਦ ਗੂੰਜੇ, ਬ੍ਰਹਮ ਗੂੰਜੇ, ਉਥੇ ਸੰਤ ਤੇ ਮਹਾਤਮਾ ਛਾਵਾਂ ਕਰਨ। ਇੱਥੇ ਕੋਈ ਸਾਡਾ ਪਿਆਰਾ ਜਨਮ ਲੈਣ ਵਾਲਾ, ਇਸ ਕੁੱਖ ਦੇ ਵਿੱਚ ਕੋਈ ਸਾਡਾ ਆਵਦਾ ਆ ਰਿਹਾ, ऐसी कुख च ना जाना पवे जेड़ी कुख टकियां भी टकी ना जावे, इन्नी बदनाम कुख होवे। लख पड़दे पाउण तो बावजूद भी ओदियां बुराइयां बदबू बन के इलाके च घूमण। ऐसे प्यो दा बिंद ना पैना, ऐसे प्यो दे बिंद तो ना पैदा होना पवे जेड़ा शराबी होवे, कवाबी होवे, तामसी होवे, कामी होवे, चोर होवे, ठग होवे। ऐसियां बुराइयां होण ओदे विच, ऐसे बिंद तो ना पैदा होना पवे। जन्म कोई माड़ा नहीं। सतगुरु दी बाणी कहती है, राज ना चाहूं मुक्त ना चाहूं, मन प्रीत चरण कमलारे। कहती मालिका ऐसा जीवन नहीं, बस तेरे नाल प्रीत करदा रहे, तेरे नाल प्यार बनिया रहे, तेरे नाल आनंद बनिया रहे, भावें आत्मक तौर ते आनंद बनिया रहे ते भावें शरीर च जावां तां भी तेरे नाल ही आनंद बनिया रहे। ना मैनू अमीरी चाहिए, ना मैनू राज चाहिए, राज ना चाहूं, मुक्त ना चाहूं। की हुंदी है कहंदे मुक्ति? मैनू किते पए पए नू जंगाल लग जाए, मेरी पछाण ही ना होवे, मन प्रीत, मेरी आत्मा प्रेम नाल भिजी हो, भिजी हो, मेरा हंकार हौमे मरी हो, खत्म हो, ये तब्दील हो चुकी होवे, मैं प्यार च तब्दील हो जाए, हंकार सेवा भावना च तब्दील हो जाए।
ਲੋਭ ਪ੍ਰਭੂ ਪ੍ਰੇਮ ਚ ਤਬਦੀਲ ਹੋ ਜਾਏ ਤੇ ਕਾਮ ਤੇਰੇ ਵਿੱਚ ਅਭੇਦ ਹੋਣ ਚ, ਤੇਰੇ ਵਿੱਚ ਸਿਮਰਨ ਦੇ ਵਿੱਚ, ਤੇਰੇ ਤੋਂ ਕੁਰਬਾਨ ਹੋਣ ਦੇ ਵਿੱਚ ਤਬਦੀਲ ਹੋ ਜਾਏ। ਐਸੀ ਕਿਰਪਾ ਕਰ। ਮਾਇਆ ਦੀ ਕੋਈ ਵਡਿਆਈ ਨਹੀਂ। ਬਿਨਾਂ ਗਿਆਨ ਤੋਂ, ਬਿਨਾਂ ਸਿਮਰਨ ਤੋਂ ਜਿਹੜੀਆਂ ਸਿੱਧੀਆਂ ਤੁਸੀਂ ਦਾਤਾਂ ਮੰਗ ਲੈਂਦੇ ਹੋ, ਸਤਿਗੁਰ ਕਹਿੰਦੇ ਨੇ ਵਿਣ ਤੋਂ ਹੋਰ ਜੋ ਮੰਗਣਾ ਸਿਰ ਦੁੱਖਾਂ ਕੈ ਦੁੱਖ। ਬੰਦਿਆ ਜੇ ਬੰਦਗੀ ਨਹੀਂ ਮੰਗੀ ਤੇ ਯਾਦ ਰੱਖੀ ਤੂੰ ਦੁੱਖ ਮੰਗਦਾ ਪਿਆ। ਕੀ ਮੰਗਦਾ ਪਿਆ? ਦੁੱਖ ਮੰਗਦਾ। ਇਹ ਤੈਨੂੰ ਦੁੱਖ ਦੇਣਗੇ ਜਿਹੜੀਆਂ ਪੁੱਤਰਾਂ ਨੂੰ ਤੂੰ BMW ਲੈ ਕੇ ਦਿੰਦਾ ਪਿਆ। ਇਹਨਾਂ BMW ਚ ਇਹੀ ਮੁੰਡੇ ਤੇਰੇ ਰੇਪ ਕਰਨਗੇ ਲੋਕਾਂ ਦਾ, ਇਹ ਲੋਕਾਂ ਤੇ ਚੜਾਉਣਗੇ। ਜੇ ਇਹਨਾਂ ਨੂੰ ਅਕਲ ਨਾ ਆਈ ਇਸ ਹੰਕਾਰ ਚ ਸੜ ਜਾਣਗੇ, ਆਪਦੀ ਕੁੱਲ ਖਰਾਬ ਕਰ ਲੈਣਗੇ। ਤੁਸੀਂ ਵੇਖਿਆ ਜਿਹੜੇ ਫੁਕਰੇ ਲੋਕ ਹੁੰਦੇ ਨੇ, ਜਿਨ੍ਹਾਂ ਨੇ ਬਿਨ ਤੋਂ ਹੋਰ ਜੋ ਮੰਗਣਾ, ਪਰਮਾਤਮਾ ਤੋਂ ਬਗੈਰ ਦਾਤਾਂ ਮੰਗੀਆਂ, ਉਹਨਾਂ ਦੇ ਛੋਟੇ ਛੋਟੇ ਮੁੰਡੇ ਹਥਿਆਰਾਂ ਚੋਂ ਉਹਨਾਂ ਨੂੰ ਫੈਰ ਕਢਾਉਂਦੇ ਨੇ। ਭੈੜੇ ਭੈੜੇ ਉਹਨਾਂ ਦੇ ਰਿਕਾਰਡਿੰਗਾਂ ਕਰਕੇ ਪਾਉਂਦੇ ਨੇ ਮੋਬਾਈਲਾਂ 'ਚ, ਪਿੱਛੋਂ ਖੁਸ਼ ਹੁੰਦੇ ਨੇ, ਵੇਖੋ ਸਾਡੇ ਛੋਟੇ ਜਿਹੇ ਮੁੰਡੇ ਨੇ ਫੈਰ ਕੱਢਿਆ, ਇੱਕ ਦਿਨ ਤੈਨੂੰ ਮਾਰੇਗਾ, ਇੱਕ ਦਿਨ ਇਨਸਾਨੀਅਤ ਦਾ ਕਾਤਲ ਬਣੇਗਾ। ਇਹ ਤੈਨੂੰ ਨਾ ਮਾਰਿਆ, ਕਿਸੇ ਹੋਰ ਨੂੰ ਮਾਰਿਆ, ਇਹ ਜੇਲ੍ਹ 'ਚ ਚਲਾ ਗਿਆ, ਤੂੰ ਜਿੰਦਾ ਮਰੇਗਾ। ਇਹ ਬਿਨਾਂ ਭਗਤੀ ਤੋਂ, ਬਿਨਾਂ ਬੰਦਗੀ ਤੋਂ, ਵਿਣ ਤੋਂ ਹੋਰ ਜੋ ਮੰਗਣਾ ਸਿਰ ਦੁੱਖਾਂ ਕੈ ਦੁੱਖ। ਤੂੰ ਦੁੱਖ ਇੱਕ ਨਹੀਂ ਮੰਗ ਰਿਹਾ, ਛੋਟਾ ਮੋਟਾ ਨਹੀਂ ਮੰਗ ਰਿਹਾ, ਤੂੰ ਟੋਕਰੇ ਮੰਗਦਾ। ਜਦੋਂ ਮੇਰੇ ਜੀਵਨ 'ਚ ਛੋਟੇ ਬੱਚੇ ਸੀ, ਗਰੀਬੀ ਆਈ, ਸੱਚ ਜਾਣੋ ਮੈਂ ਬੜੀ ਵਾਰੀ ਅੰਦਰੋਂ ਖੁਸ਼ ਹੋਇਆ। ਸੱਚ ਜਾਣੋ ਮੈਂ ਕਿਹਾ ਰੱਬਾ ਰੋਟੀਆਂ ਭੁੱਖੇ ਨਾ ਰੱਖੀ ਇਹਨਾਂ ਨੂੰ, ਪਰ ਬਸ ਉਹਨਾਂ ਕੁ ਦੇ ਜਿੰਨੇ ਕੁ ਨਾਲ ਇਹਨਾਂ ਦਾ ਸਫ਼ਰ ਨਾ ਰੁਕੇ। ਕਿਉਂਕਿ ਮੈਂ ਅਮੀਰੀ ਦੇ ਵਿੱਚ ਪੜ੍ਹਦੇ ਬੱਚਿਆਂ ਨੂੰ ਵੇਖਦਾ ਸੀ, ਮੇਰੇ ਘਰ ਦੇ ਵਿੱਚ ਹੀ ਘਟਨਾ ਘਟ ਰਹੀ ਸੀ, ਮੇਰੇ ਪਰਿਵਾਰ ਦੇ ਵਿੱਚ ਹੀ ਦੂਜੇ ਪਾਸੇ ਇੱਕ ਘਟਨਾ ਘਟਦੀ ਪਈ ਸੀ। ਹਲੇ ਕੀ ਅਮੀਰੀ ਹੈਗੀ ਨਹੀਂ ਸੀ, ਕੱਲੀ ਗੱਲਾਂ ਦੀ ਅਮੀਰੀ ਸੀ, ਕਰੋੜਾਂ ਦੀਆਂ ਗੱਲਾਂ, BMW ਦੀਆਂ ਗੱਲਾਂ। ਜੀਵਨ ਖਰਾਬ ਹੋ ਗਿਆ। ਉਹ ਕੀਮਤੀ ਪੌੜੀ ਛੁਟਕੀ ਹੱਥ ਨਾ ਆਈ, ਐਲਾ ਜਨਮ ਗਵਾਇਆ। ਇੱਕ ਸਮਾਂ ਹੁਣ ਜੋ ਮਾਂ ਆਪਣੇ ਬੱਚੇ ਨੂੰ 9 ਮਹੀਨਿਆਂ 'ਚ ਦੇ ਸਕਦੀ ਏ, ਜਦੋਂ ਪੈਦਾ ਹੋਣ ਵਾਲਾ ਹੋਵੇ, ਉਹ ਜਦੋਂ ਪੈਦਾ ਹੋ ਜਾਏ ਉਹ 9 ਸਾਲਾਂ 'ਚ ਨਹੀਂ ਮੁੜ ਕੇ ਦੇ ਸਕਦੀ। ਉਹ ਖਿਆਲ ਰੱਖਣਾ, ਜਦੋਂ ਬੱਚਾ ਪੈਦਾ ਹੋਣ ਵਾਲਾ ਹੁੰਦਾ ਹੈ, ਉਹ 9 ਮਹੀਨੇ ਜੋ ਮਾਂ ਉਹਦੇ ਵਿੱਚ ਪਾ ਸਕਦੀ ਹੈ, ਮੁੜ ਕੇ 9 ਸਾਲ ਤੱਕ ਨਹੀਂ ਪੈਂਦਾ। ਤੇ ਜੋ 9 ਸਾਲ 'ਚ ਬੱਚੇ 'ਚ ਪਾ ਦੇਗੀ ਮਾਂ, ਉਹ ਮੁੜ ਕੇ 90 ਸਾਲ ਜੀਏਗਾ। ਉਹਨੂੰ 90 ਸਾਲ ਮਾਣੇਗਾ, ਭਾਵ ਪੂਰੀ ਉਮਰ ਮਾਣੇਗਾ। ਤੇ ਪਰਮਾਤਮਾ ਨੇ ਬੜੀ ਮਿਹਰ ਕੀਤੀ, ਬੜੀ ਦਇਆ ਕੀਤੀ। ਜਿੰਨਾ ਥੋੜਾ ਜਿਹਾ ਬੱਚਿਆਂ ਦਾ ਅੜੀਅਲ ਸੁਭਾਅ ਸੀ, ਥੋੜਾ ਬਹੁਤਾ ਵਿੰਗਵਲ ਸੀ, ਪਰਮਾਤਮਾ ਨੂੰ ਕਹਿ ਕੇ ਆਪਦੇ ਵੀ ਕੱਢੇ ਤੇ ਉਹਨਾਂ ਦੇ ਵੀ ਕੱਢੇ। ਸੱਚ ਤੇ ਚੱਲਣਾ ਸਿਖਾਇਆ,
चले दया होई। गुणवान जो बंदा बन जाए फिर पैसा की चीज है। जो गुण आ जाए, संत सेवी बन जाए, बंदगी वाला बन जाए, सिमरन वाला बन जाए, नाम जपन वाला बन जाए, इंसानियत विच खुदा नूं वेखण लग जाए, अपने अंदर आत्मा दा भेद आ जाए, मन ते आत्मा दा डिस्टेंस पता लग जाए, सोचण दा तरीका आ जाए, बैठण दा तरीका आ जाए, खाण दा तरीका आ जाए, ਉਹਦੇ ਵਾਸਤੇ ਦੁਨੀਆ ਤੇ ਕੋਈ ਮੰਜ਼ਿਲ ਪ੍ਰਾਪਤ ਕਰਨੀ ਕਿੰਨਾ ਕੁ ਕੰਮ ਹੈ। ਮੈਂ ਕਹਿੰਦਾ ਹੁਣ ਤੁਸੀਂ ਨੰਗੇ ਨੂੰ ਛੱਡ ਦਿਓ, ਉਹ ਤੁਹਾਨੂੰ ਕੁਝ ਸਾਲਾਂ ਦੇ ਵਿੱਚ ਰਾਜਾ ਬਣ ਕੇ ਮਿਲੇਗਾ। ਬੰਦਾ ਤਰੱਕੀ ਕਾਹਦੇ ਨਾਲ ਕਰਦਾ ਹੈ? ਗੁਣ ਨਾਲ। ਗੁਣ ਕਿੱਥੋਂ ਮਿਲਦਾ ਹੈ? ਕਿਰਪਾ ਨਾਲ। ਕਿਰਪਾ ਕਿੱਥੋਂ ਮਿਲਦੀ ਹੈ? ਸੰਤਾਂ ਤੋਂ, ਮਹਾਤਮਾ ਤੋਂ, ਗੁਰੂਆਂ ਤੋਂ, ਰੱਬ ਤੋਂ। ਗੁਰ ਪ੍ਰਸਾਦ ਕੀ ਹੈ? ਇੱਕ ਓੰਕਾਰ। ਗੁਰ ਪ੍ਰਸਾਦ ਤੱਕ ਮੂਲ ਮੰਤਰ ਦੇ ਵਿੱਚ 8 ਗੁਣ ਨੇ। ਇੱਕ ਓੰਕਾਰ ਪ੍ਰਮਾਤਮਾ ਹੈ, ਸਤਨਾਮ ਗੁਣ ਹੈ, 7 ਗੁਣ ਹੈ। ਕਰਤਾ ਗੁਣ ਹੈ, ਨਿਰਭਉ ਗੁਣ ਹੈ, ਨਿਰਵੈਰ ਗੁਣ ਹੈ, ਅਕਾਲ ਮੂਰਤ ਗੁਣ ਹੈ, ਅਜੂਨੀ ਗੁਣ ਹੈ, ਸਹਿਪੰਗ ਗੁਣ ਹੈ ਤੇ ਗੁਰ ਪ੍ਰਸਾਦ ਗੁਣ ਹੈ। ਇਹ 8 ਗੁਣ ਨੇ। ਇਹ 8 ਗੁਣ ਨੇ। ਇਹ ਗੁਣ ਕਿਵੇਂ ਆਉਣਗੇ ਤੁਹਾਡੇ 'ਚ? ਜਦੋਂ ਤੁਸੀਂ ਇੱਕ ਓੰਕਾਰ ਨਾਲ ਜੁੜੋਗੇ, ਜਦੋਂ ਤੁਸੀਂ ਇੱਕ ਓੰਕਾਰ ਦੀ ਭਗਤੀ ਕਰੋਗੇ, ਜਦੋਂ ਤੁਸੀਂ ਰਾਹ ਹੀ ਗਲਤ ਫੜ ਲਿਆ, ਤੁਸੀਂ ਮੰਤਰ ਹੀ ਗਲਤ ਜਪ ਰਹੇ ਹੋ, ਤਰੀਕਾ ਹੀ ਗਲਤ ਹੈ, ਵਿਧੀ ਗਲਤ ਹੈ, ਤੁਸੀਂ ਹਰ ਚੀਜ਼ ਸਿੱਖੀ ਹੈ, ਕੰਪਿਊਟਰ ਚਲਾਣਾ ਸਿੱਖਿਆ ਹੈ, ਲੈਂਗੁਏਜ ਲਿਖਣੀ ਸਿੱਖੀ ਹੈ, ਬੈਂਕ ਦਾ ਕੰਮ ਕਰਨਾ, ਅਕਾਊਂਟੈਂਟ ਦਾ ਸਿੱਖਦੇ ਹੋ, ਤੁਸੀਂ ਹਿਸਾਬ ਕਿਤਾਬ ਪੜ੍ਹਦੇ ਹੋ, ਇੰਜੀਨੀਅਰ ਬਣਨਾ, ਕੋਈ ਪਲੰਬਰ ਬਣਨਾ, ਉਹਦਾ ਕੰਮ ਸਿੱਖਦੇ ਹੋ, ਇੰਜੀਨੀਅਰ ਬਣਨਾ, ਉਹਦਾ ਸਿੱਖਦੇ ਹੋ, ਫਿਰ ਭਗਤੀ ਨਹੀਂ ਸਿੱਖਣੀ। ਬੰਦਗੀ ਕਿੱਥੋਂ ਸਿੱਖੋਗੇ? ਤੁਸੀਂ ਬਾਕੀ ਸਾਰੇ ਟੀਚਰ ਰੱਖੇ, ਹਰ ਚੀਜ਼ ਦਾ ਤੁਸੀਂ ਗੁਰੂ ਕਿਤੋਂ ਨਾ ਕਿਤੋਂ ਸਿੱਖਿਆ, ਤੁਸੀਂ ਸੋਸ਼ਲ ਮੀਡੀਆ ਦਾ ਕੰਮ ਸਿੱਖਿਆ ਤੇ ਤੁਹਾਨੂੰ ਆ ਗਿਆ। ਤੁਹਾਨੂੰ ਕੋਈ ਕਾਰੋਬਾਰ ਕਰਨਾ ਹੈ ਉਹ ਸਿੱਖਿਆ, ਮੋਬਾਈਲ ਰਿਪੇਅਰ ਕਰਨੀ ਉਹ ਸਿੱਖਿਆ। ਤੇ ਬੰਦਗੀ ਬਿਨਾਂ ਸਿੱਖਿਆ ਕਿਵੇਂ ਆ ਜਾਏਗੀ? ਨਹੀਂ ਆਏਗੀ। ਭਗਤੀ ਕਰਨੀ ਸਿੱਖਣੀ ਪੈਗੀ। ਇੱਕ ਇੱਕ ਕਦਮ ਤੋਰਦੇ ਨੇ ਸੰਤ ਸਾਧੂ, ਇੱਕ ਇੱਕ ਕਦਮ। ਧਿਆਨ ਕਿੱਥੇ ਰੱਖਣਾ ਹੈ, ਸੁਰਤ ਕਿੱਥੇ ਰੱਖਣੀ ਹੈ, ਮਨ ਕੀ ਚੀਜ਼ ਹੈ, ਆਤਮਾ ਕੀ ਚੀਜ਼ ਹੈ, ਇਹ ਇੰਦਰੀਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ। ਕਈ ਲੋਕ ਧੱਕੇ ਨਾਲ ਹੀ ਜ਼ਿੰਦਗੀ ਦੇ ਵਿੱਚ ਫੱਟੇ ਲਾਈ ਜਾਂਦੇ ਨੇ। ਕੋਈ ਕਹਿੰਦੇ ਜੀ ਕਾਮ ਰੋਕ ਲਓ, ਇਹ ਤੁਸੀਂ ਕਾਮ ਰੋਕ ਲਓਗੇ, ਇਹੀ ਜਿਹੜੀ ਕਾਮ ਵਾਲੀ ਸ਼ਕਤੀ ਹੈ, એનર્ਜੀ ਹੈ, ਤੁਹਾਡੀ ਉੱਪਰ ਨੂੰ ਚੜੇਗੀ। ਜਦੋਂ ਉਹਦਾ ਰਾਹ ਥੱਲੇ ਨੂੰ ਹੈ, ਉਹਨੂੰ ਉੱਤੇ ਕਿੱਥੇ ਚੜਾਓਗੇ? ਹੱਦ ਹੋਊਗੀ। ਉੱਤੇ ਕਿੱਥੇ ਚੜੇਗੀ? ਜਿਹੜਾ ਉਹਦਾ ਰਾਹ ਹੈ ਉਹਨੇ ਉਧਰ ਨੂੰ ਜਾਣਾ ਹੈ। ਕਿਸੇ ਪੁੱਛੋਗਾ ਡਾਕਟਰ ਨੂੰ, ਕੋਈ ਨਾੜ ਉਹਦੀ ਉੱਪਰ ਨੂੰ ਜਾਂਦੀ ਦਿਮਾਗ 'ਚ, ਟੋਟ ਕੇ ਛੱਡੀ ਜਾਂਦੇ ਆ, ਟੋਟ ਕੇ ਦੱਬੀ ਜਾਂਦੇ ਆ ਕੰਮ ਨੂੰ ਜਿੱਧਰ ਨੂੰ ਕੋਈ ਆਉਂਦਾ। ਕੋਈ ਸਰੀਰ ਨੂੰ ਕਿਸੇ ਬੰਨੋਂ ਕਸ਼ਟ ਦੇਈ ਜਾਂਦਾ ਹੈ, ਕੋਈ ਕਿਸੇ ਬੰਨੋਂ ਕਸ਼ਟ ਦੇਈ ਜਾਂਦਾ ਹੈ। अरे प्रेम का मार्ग है। गुरु गोबिंद सिंह महाराज तो पूछ लो, साच कहूं
सुन ले हो सबे जिन प्रेम कियो, तिन ही प्रभ पायो। किथे लिखे इत्थे काम रोकना है? किथे लिखे इन्हां नूं रोकना है? किवें रोकोगे तुसी? क्रोध नूं किवें रोकोगे? लोभ नूं किवें रोकोगे? गुस्से नूं किवें रोकोगे? जे उहनूं तां चलो तुसी धक्के नाल रोक लिया, तुसी शादी नहीं कराओगे, इस्त्री दे मत्थे नहीं लगोगे। हुणे बापू क्रोध नूं किवें रोकोगे? इहदे वास्ते की करोगे? लोभ नूं किवें रोकोगे? लोभ नूं जदों सुखदेव मुनि राजा जनक जी तो दीक्षा लई, उन्होंने उन्होंने गुरु धारण किया। वेद व्यास जी उन्होंने पिता सी सुखदेव मुनि जी दे, बहुत बड़े विद्वान सी। पर कहन लगे तुसी राजा जनक जी पास जाओ, उथों जाके दीक्षा लो ते बंदगी दे भेद सिखो। जदों सुखदेव मुनि राजे दे महलां विच वड़े ते सोने दे दरवाजे कंधां अगे कई सारियां राणियां बैठियां, वो कहंदे मायाधारी राजा इन्नियां राणियां लई बैठा है, एडा दा कारोबार है, एडा ये की मैनू सिखाएगा? ये तो काम ही भोगी है। इन्नियां राणियां रखियां ने, भोग तां करदा ही होएगा। दिमाग च जो पाता भी भोग करने वाला भगती नहीं कर सकता, पाता दिमाग च भी ये तां बड़ा लालची राजा है, ये तां अमीर राजा। ये मैनू की त्याग सिखाएगा जेड़ा आप सोने दे महलां च बैठा है। हुण जेड़े गुरु हुंदे ने गुरु, हुण वेद व्यास जी नूं पता सी भी राजा जनक ब्रह्म ज्ञानी हो चुके हैं। हुण जो ब्रह्म ज्ञानी हो गया महाराज, उन्होंने सारा पता है। वो एक मिनट दे विच बिरती पढ़ लेंदे ने, एक मिनट च मन पढ़ लेंदे ने। वो ब्रह्म ज्ञानी कादा? ब्रह्म ज्ञानी दा मतलब होंदा है जो भी घटना हो रही है, आकाश तो पताल, पताल तो पताल, पताल तो पताल, आकाश तो आकाश, आकाश तो आकाश, जो भी घटना हो रही है। ब्रह्म मतलब जिन्ना भी पसारा है परमेश्वर का, उन्होंने सारा ज्ञान है। की होना है, की होएगा, सब पता है। ब्रह्म ज्ञानी है ही हो जिन्हों सब पता है। कहने लगे कौन आया? कहने लगे जी ऐदा करके वेद व्यास जी दे पुत्र सुखदेव मुनि जी आए। ये वही सुखदेव मुनि है जिन्होंने अमर कथा सुनी सी, जेड़े माता दे गर्भ च रुक गए सी, कहंदे सी माया पासे करो फिर जन्म लांगे। पेट च ज्ञान हो गया सी। अष्टावक्र ते सुखदेव मुनि इन्हां दोनों नूं गर्भ च ज्ञान हो गया सी। अष्टावक्र जी ने आपदे पिता नूं कहता सी, वो पंडित सी ते विधि अनुसार वेदां शास्त्रां दा पाठ करदे सी भी मेरे पुत्र ते प्रभाव पवे, ज्ञानी बने। ते अंदरों गर्भ चों ही बोल के बोल पे कहंदे गलत पढ़ रहे हो, वेद गलत पढ़ रहे हो। या इउं कह लो जिवें तुसीं मैनूं ज्ञानी बनाउणा चाहते हो, इदां नहीं बनना मैं। गर्भ चों ही बोल पे। आत्मा कितों भी बोल सकती है, पर आत्मा नूं सुनेगी आत्मा। संत महात्मा दरख्तां नाल गल कर लैंदे ने, उन्हां कोल मुख नहीं हैगा, आत्मा तो हैगी है ना। वो पुछ लैंदे ने भाई तू किवें खड़ा है, कित्थों आया है, कित्थे जाना है, की तेरा देश है।
ਇਹ ਕਿਸ ਚੀਜ਼ ਦੀ ਤੂੰ ਜਿਹੜਾ ਇਹ ਆਨੰਦ ਮਾਣਦਾ ਪਿਆ, ਇਹ ਜੂਨੀ ਭੋਗਦਾ ਪਿਆ, ਇਹ ਕਿਹੜੇ ਕਰਮਾਂ ਦਾ ਫਲ ਭੋਗਦਾ ਪਿਆ? ਤੇ ਦਰਖਤ ਵੀ ਖੁਸ਼ ਹੁੰਦਾ ਹੈ। ਕੋਈ ਆਤਮ ਗਿਆਨੀ, ਕੋਈ ਬ੍ਰਹਮ ਗਿਆਨੀ, ਕੋਈ ਸੰਤ ਉਹਦੀ ਛਾਂ ਮਾਣ ਜਾਏ 10 ਮਿੰਟ, ਉਹਦੇ ਥੱਲੇ ਬਹਿ ਕੇ ਕੋਈ ਭਗਤੀ ਕਰ ਜਾਏ, ਬੰਦਗੀ ਕਰ ਜਾਏ, ਅੱਲਾ ਅੱਲਾ ਕਰ ਜਾਏ, ਰਾਮ ਰਾਮ ਕਰ ਜਾਏ, ਤੇ ਉਹ ਕਹਿਣ ਲੱਗੇ ਬਈ ਇਹਨੇ ਕੀ ਸਿਖਾਉਣਾ ਮੈਨੂੰ? ਤੇ ਉਹਨਾਂ ਨੇ ਇੱਕ ਮਾਇਆ ਰਚੀ ਜਿੱਥੇ ਸੁਖਦੇਵ ਮੁਨੀ ਠਹਿਰਾਇਆ ਹੋਇਆ ਸੀ, ਉਸ ਪਾਸੇ ਚ ਅੱਗ ਲਾਤੀ ਤੇ ਰਾਜਾ ਜਨਕ ਜੀ ਕੋਲ ਬੈਠੇ ਸੀ ਤੇ ਭੱਜਾ ਭੱਜਾ ਸਿਪਾਹੀ ਆਇਆ, ਕਹਿਣ ਲੱਗਾ ਜੀ ਅੱਗ ਲੱਗ ਗਈ ਹੈ ਜਿੱਥੇ ਮੁਨੀ ਜੀ ਦਾ ਸਮਾਨ ਪਿਆ। ਹੁਣ ਸਮਾਨ ਕੀ ਹੈ? ਲੰਗੋਟ, ਇੱਕ ਅੱਧਾ ਕੱਪੜਾ ਹੋਣਾ, ਪਰਨਾ ਹੋਏਗਾ, ਚਾਦਰ ਹੋਏਗੀ, ਲਾ ਲਓ। ਸ਼ਾਸਤਰਾਂ 'ਚ ਤਾਂ ਕੱਲਾ, ਕਥਾਵਾਂ 'ਚ ਕੱਲਾ ਲੰਗੋਟ ਲਿਖਿਆ, ਪਰ ਚਲੋ 4 ਕੱਪੜੇ ਹੋਰ ਵੀ ਹੋਣ। ਤੇ ਉਹਨੂੰ ਗਿਆਨ ਦੇ ਰਹੇ ਨੇ, ਉਹ ਕਹਿੰਦੇ ਕੋਈ ਨਹੀਂ, ਬੁੱਝ ਜਾਏਗੀ ਆਪੇ। ਦੂਜਾ ਆਇਆ, ਕਹਿੰਦਾ ਜੀ ਬੜੀ ਤੇਜ਼ ਲੱਗ ਗਈ ਹੈ ਇਹਨਾਂ ਦੀ ਝੁੱਗੀ ਨੂੰ ਜਾ ਪਈ ਆ, ਇਹਨਾਂ ਦੀ ਕੁਟੀਆਂ ਨੂੰ ਪੈ ਗਈ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਕੀ ਹੈਗਾ ਉੱਥੇ, ਜੋ ਹੈਗਾ ਤੁਹਾਨੂੰ ਹੋਰ ਬਣਵਾ ਦਿਆਂਗੇ। ਤੀਜਾ ਆਇਆ, ਉਹ ਕਹਿੰਦਾ ਜੀ ਇਹਨਾਂ ਦੇ ਕੱਪੜੇ ਸੜਦੇ ਪਏ ਨੇ, ਤੇ ਭੱਜ ਕੇ ਉੱਠਿਆ ਸੁਖਦੇਵ ਮੁਨੀ, ਭੱਜਾ, ਕਹਿੰਦਾ ਮੇਰੇ ਕੋਲ 2 ਲੰਗੋਟ ਨੇ, ਰਾਤੋਂ ਰਾਤ ਕਿੱਥੋਂ ਸਵਾ ਦਿਓਗੇ, ਮੈਂ ਸਵੇਰੇ ਬੰਨਾਂਗਾ ਕੀ? ਭੱਜ ਲਿਆ। ਕਹਿੰਦੇ ਆ ਜਾ, ਕੋਈ ਅੱਗ ਨਹੀਂ ਲੱਗੀ। ਤੂੰ ਮਨ ਚ ਕੱਲ ਕੀ ਸੋਚਦਾ ਪਿਆ ਸੈਂ ਕਿ ਰਾਜਾ ਇਹ ਮੈਨੂੰ ਕੀ ਤਿਆਗ ਸਿਖਾਏਗਾ? ਤੇ ਮੇਰੇ ਤਾਂ ਸੋਨੇ ਦੇ ਮਹਿਲ ਸੜਦੇ ਪਏ ਸੀ ਤੇ ਮੈਂ ਪਰਵਾਹ ਨਹੀਂ ਕੀਤੀ, ਤੇ ਤੂੰ ਲੰਗੋਟਾਂ ਪਿੱਛੇ ਭੱਜ ਪਿਆ। ਬਸ ਇਹ ਗੱਲ ਨੂੰ ਸਮਝੋ, ਇਹ ਕਹਾਣੀ ਨੂੰ ਸਮਝੋ। ਉਨਾ ਹੀ ਲੋਭ ਕਰੋ ਜਿੰਨਾ ਤੁਹਾਨੂੰ ਚਾਹੀਦਾ। ਸੰਤ ਮਹਾਂਪੁਰਸ਼ ਇੱਕ ਸਮੇਂ ਦਾ ਖਾਣਾ ਚਾਹੀਦਾ ਤੇ ਇੱਕੋ ਸਮੇਂ ਦਾ ਹੀ ਲੈਂਦੇ। ਕਿਸੇ ਨੇ ਕਿਹਾ ਸੀ ਉਹਨਾਂ ਨੂੰ, ਮਹਾਰਾਜਾ ਕੱਲ ਵਾਸਤੇ, ਉਹ ਕਹਿੰਦੇ ਨਹੀਂ ਲੈ ਜਾ। ਕਹਿੰਦੇ ਸਵੇਰੇ, ਉਹ ਕਹਿੰਦੇ ਜਿਹਨੇ ਤੈਨੂੰ ਅੱਜ ਭੇਜਿਆ ਉਹ ਸਵੇਰੇ ਵੀ ਕਿਸੇ ਨੂੰ ਭੇਜੇਗਾ। ਅੱਜ ਵੀ ਤਾਂ ਤੂੰ ਆਇਆ ਨਾ, ਸਵੇਰੇ ਵੀ ਕੋਈ ਆਏਗਾ। ਪਰਮਾਤਮਾ ਤੇ ਭਰੋਸਾ। ਜੀਵਨ ਦੇ ਵਿੱਚ ਜਦੋਂ ਤੁਹਾਡੇ ਗੁਣ ਆ ਗਿਆ, ਗੁਣ ਨਾਲ ਤੁਸੀਂ ਕੁਝ ਵੀ ਬਣ ਜਾਣਾ, ਕੁਝ ਵੀ ਬਣ ਜਾਣਾ। ਤੇ ਗੁਣ ਆਉਂਦੇ ਨੇ ਸਿੱਖੀਆਂ, ਹੋਸ਼ ਚ ਰਿਹਾ। ਬਿਨਾਂ ਬੰਦਗੀ ਤੋਂ ਅਮੀਰੀ ਬੇਹੋਸ਼ੀ ਦੇ ਦਿੰਦੀ ਹੈ, ਬਿਨਾਂ ਬੰਦਗੀ ਤੋਂ ਬੰਦਾ ਮਾਇਆ ਦੇ ਵਿੱਚ ਬੇਹੋਸ਼ ਹੋ ਜਾਂਦਾ ਹੈ। ਤੇ ਜਿਹੜਾ ਹੋਸ਼ ਵਿੱਚ ਹੁੰਦਾ ਉਹ ਬਹੁਤੀ ਮੰਗਦਾ ਹੀ ਨਹੀਂ। ਉਹ ਆਂਦਾ ਮੈਂ ਕੋਈ ਸ਼ਹਿਦ ਦੀਆਂ ਮੱਖੀਆਂ ਵਾਂਗੂ ਠੇਕਾ ਚੁੱਕਿਆ, ਰੱਬਾ ਤੇਰਾ ਧਨ ਮੈਂ ਸੰਭਾਲ ਕੇ ਬੈਠਾ ਰਹਾ, ਜਿੰਨੀ ਮੈਨੂੰ ਲੋੜ ਹੈ ਮੈਨੂੰ ਨਾਲ ਦੀ ਨਾਲ ਤਾਜ਼ਾ ਦੇ, ਮੈਂ ਨਹੀਂ ਬਿਆ ਖਾਣਾ। ਉਹਨੂੰ ਪਤਾ ਹੈ ਖਜ਼ਾਨਾ ਮੇਰੇ ਪਿਓ ਦਾ, ਮੇਰੇ ਪਿਤਾ ਦਾ ਖਜ਼ਾਨਾ ਹੈ, ਜਿੰਨੀ ਮੈਨੂੰ ਚਾਹੀਦੀ ਹੈ ਦਿੰਦਾ ਆਏਗਾ। ਮੈਂ ਆਪਣੇ ਘਰ ਰੱਖ ਕੇ ਆਪਣੀ ਸੁਰਤੀ ਬਿਰਤੀ ਉਹਦੇ ਚ ਜ਼ਰੂਰ ਪਸੋੜੀ, ਜ਼ਰੂਰ ਸੱਪ ਬੰਨਣਾ। ਸਾਧੂ ਤਾਜ਼ਾ ਖਾਂਦਾ, ਤਾਜ਼ਾ ਆਦਤ ਪਾਓ ਤਾਜ਼ਾ ਖਾਣ ਦੀ। ਸਾਧੂਆਂ ਦੇ ਕੱਪੜਿਆਂ ਨੂੰ ਕਿਉਂ ਨਹੀਂ ਜੇਬਾਂ ਹੁੰਦੀਆਂ? ਗਾਤੀਆਂ ਲਾਉਂਦੇ ਆ, ਲੰਗੋਟ ਲਾਉਂਦੇ ਆ, ਕੱਪੜੇ ਸਾਧੂ ਇਹੋ ਜਿਹੇ ਪਾਉਂਦੇ ਆ ਜਿਨ੍ਹਾਂ ਨੂੰ ਜੇਬ ਹੋ ਗਈ ਨਾ। ਪਰ ਅੱਜ ਕੱਪੜਿਆਂ ਨੂੰ ਜੇਬ ਨਹੀਂ, ਸਾਧੂਆਂ ਦੇ ਕਾਊਂਟ 4-4, ਤਿਜੋਰੀ ਪਹਿਲਾਂ ਬਣਵਾਉਂਦੇ ਡੇਰੇ 'ਚ। ਫਿਰ ਉਹ ਕੀ ਬਣ ਜਾਂਦਾ? ਉਹ ਕਾਰਨ ਬਣ ਜਾਂਦਾ।
ਉਹ ਸੁਰਤ ਨੂੰ ਖਿੱਚਣ ਦਾ ਕਾਰਨ ਬਣ ਜਾਂਦਾ ਹੈ। ਫਿਰ ਆਖਰ ਵੇਲੇ ਸੁਰਤ ਉੱਥੇ ਫਸ ਜਾਂਦੀ ਹੈ, ਉੱਥੋਂ ਨਿਕਲਦੀ ਨਹੀਂ। ਰੱਬ ਜਿੰਨਾ ਮਰਜੀ ਸਮਾਂ ਦੇਈ ਜਾਏ ਉਹ ਸੁਰਤ ਨਿਕਲਦੀ ਨਹੀਂ ਉੱਥੋਂ। ਕਈ ਵਾਰੀ ਬੰਦਾ ਹਫਤਾ ਇਸੇ ਗੱਲ 'ਚ ਕਸ਼ਟ ਸਹੀ ਜਾਂਦਾ ਹੈ, ਰੱਬ ਇਸ ਕਰਕੇ ਸਮਾਂ ਦੇਈ ਜਾਂਦਾ ਹੁੰਦਾ ਹੈ ਕਿ ਇਹਦੀ ਸੁਰਤ ਨਿਕਲ ਜਾਏ ਉੱਥੋਂ, ਤੇ ਉਹ ਬੰਦਾ ਕਸ਼ਟ ਸਹੀ ਜਾਂਦਾ ਹੁੰਦਾ। ਰੱਬ ਕਸ਼ਟ ਦੇਣਾ ਨਹੀਂ ਚਾਹੁੰਦਾ ਸੰਤ ਨੂੰ ਇੰਨਾ, ਪਰ ਕਾਰਨ ਵਿੱਚ ਛੋਟੇ ਕਈ ਹੋਰ ਹੁੰਦੇ ਨੇ, ਜਿਹੜੀ ਕਈ ਵਾਰੀ ਸੰਤਾਂ ਮਹਾਤਮਾ ਦੀ ਮੌਤ ਇੰਨੀ ਲੰਬੀ ਹੋ ਜਾਂਦੀ ਹੈ ਨਾ, ਕਿਆ ਲੋੜ ਪੈ ਗਈ ਰੱਬ ਨੂੰ ਕਿਸੇ ਸੰਤ ਨੂੰ ਕਸ਼ਟ ਦੇਣ ਦੀ। ਕਈ ਵਾਰੀ ਕਾਰਨ ਬਰੀਕ ਹੁੰਦੇ ਨੇ, ਸੂਖਸ਼ਮ ਹੁੰਦੇ ਨੇ, ਉਹ ਤਾਂ ਉਸ ਟਾਈਮ ਦੀ ਵੇਟ ਚ ਹੁੰਦੇ ਨੇ ਕਿ ਇਹ ਭਲਾ ਪੁਰਸ਼ ਸੀ, ਆ ਜੇ ਉਸ ਗੇਟ ਅੱਗੇ ਆਵੇ ਤੇ ਅਸੀਂ ਕਟਕ ਖਿੱਚ ਲਾਂਗੇ, ਇਹਦੀ ਸਾਰੀ ਮਿਹਨਤ ਨਾ ਜਾਈ ਚਲੀ ਜਾਵੇ। ਸੋ ਬਾਤਾਂ ਸਮਝੋ, ਕਹਾਣੀਆਂ ਸਮਝੋ, ਇਹ ਜੋ ਘਟ ਰਿਹਾ ਹੈ ਬ੍ਰਹਮ ਕੌਣ ਹੈ? ਜੋ ਵਧ ਰਿਹਾ ਹੈ। ਬ੍ਰਹਮ ਗਿਆਨੀ ਨੂੰ ਸਾਰਾ ਗਿਆਨ ਹੈ, ਜੋ ਵੀ ਹੋ ਰਿਹਾ ਇੱਕ ਪੌਦਾ, ਤੁਸੀਂ ਜਿੱਥੋਂ ਤੱਕ ਉਹਨੂੰ ਵਧਿਆ ਵੇਖਦੇ ਹੋ ਨਾ, ਉਹ ਤਾਂ ਬੋਡੀ ਹੈ, ਪਰ ਜਿੱਧਰ ਨੂੰ ਉਹਨੇ ਵਧਣਾ ਉਧਰ ਨੂੰ ਉਹਦੀ ਊਰਜਾ ਪਹਿਲਾਂ ਤੋਂ ਜਾ ਰਹੀ ਹੈ। ਪੱਤਾ ਤਾਂ ਬੋਡੀ ਹੈ, ਉਹ ਤਾਂ ਬਣ ਗਿਆ। ਹੁਣ ਜੋ ਉਸ ਪੱਤੇ ਚੋਂ ਅੱਗੇ ਰੇਸ਼ੇ ਨਿਕਲਦੇ ਪਏ ਨੇ ਬਰੀਕ, ਜਿਹੜਾ ਨਵਾਂ ਪੱਤਾ ਬਣਨਾ ਹੈ, ਉਹ ਬ੍ਰਹਮ ਹੈ। ਉਹ ਕੀ ਹੈ? ਬ੍ਰਹਮ। ਬ੍ਰਹਮ ਕਿਹਨੂੰ ਵੇਖਦਾ ਹੈ? ਬ੍ਰਹਮ ਗਿਆਨੀ ਨੂੰ। ਸਾਡੀ ਸੁਰਤ ਇੰਨੀ ਬਰੀਕ ਕਿਉਂ ਚਲੀ ਗਈ? ਕਿਉਂਕਿ ਬ੍ਰਹਮ ਗਿਆਨੀ ਸੰਤ ਮਹਾਤਮਾ ਇਹ ਚੀਜ਼ ਸਾਨੂੰ ਦਿਖਾ ਰਹੇ। ਜੋ ਵੇਖ ਰਹੇ ਹੋ ਇਹ ਸਿਰਫ ਬੋਡੀ ਹੈ, ਸਰੀਰ ਨੇ, ਇਹ ਤੁਹਾਨੂੰ ਸਭ ਨੂੰ ਵੇਖਦੇ ਪਏ ਨੇ। ਜੋ ਤੁਹਾਨੂੰ ਨਹੀਂ ਵੇਖਦਾ ਉਹ ਕੀ ਹੈ? ਜੋ ਆਉਣ ਵਾਲੇ ਦਿਨਾਂ 'ਚ ਘਟਣਾ ਹੈ। ਜਿਵੇਂ ਇੱਕ ਪੱਤਾ ਨਿਕਲਿਆ ਨਾ, ਉਹਦਾ ਜਿਹੜਾ ਦੂਜਾ ਪੱਤਾ ਨਿਕਲਣਾ ਹੈ, ਜਿਹਦੇ ਹਲੇ ਰੇਸ਼ੇ ਹੀ ਬਣਨ ਲੱਗੇ ਨੇ। ਮੰਨ ਲਓ ਇੱਕ ਪੌਦਾ ਐਡਾ ਹੋ ਗਿਆ, ਉਹਨੇ ਐਡਾ ਹੋਣਾ ਹੈ, ਤੁਹਾਨੂੰ ਐਡਾ ਤਾਂ ਵੇਖਦਾ ਪਿਆ, ਜਿਹੜਾ ਐਡਾ ਹੋਣਾ ਹੈ ਉਹ એનર્ਜੀ ਤੁਹਾਨੂੰ ਨਹੀਂ ਨਜ਼ਰ ਆ ਰਹੀ, ਉਹ ਤੁਹਾਨੂੰ ਨਹੀਂ ਨਜ਼ਰ ਆ ਰਹੀ। ਇੱਕ ਬੱਚਾ ਐਡਾ ਹੋ ਗਿਆ, ਉਹਨੇ ਜਿਹੜਾ ਐਡਾ ਹੋਣਾ ਉਹ ਤੁਹਾਨੂੰ ਨਜ਼ਰ ਨਹੀਂ ਆ ਰਿਹਾ। ਉਹ ਜਿਹੜੀ ਬੱਚੇ ਦੀ ਵੱਧਦੀ એનર્ਜੀ ਹੈ ਉਹ ਬ੍ਰਹਮ ਹੈ, ਜਿਹੜਾ ਹਰ ਪਾਸੇ ਫੈਲਦਾ ਜਾਂਦਾ। ਜੇ ਉਹਨੇ ਮਨੁੱਖ ਪੈਦਾ ਕੀਤਾ ਤੇ ਮਨੁੱਖ ਵੱਧਦਾ ਜਾਂਦਾ, ਜੇ ਉਹਨੇ ਪੌਦਾ ਪੈਦਾ ਕੀਤਾ ਤੇ ਪੌਦਾ ਵੱਧਦਾ ਜਾਂਦਾ। ਜੇ ਰਾਤ ਪਾਈ ਹੈ ਤੇ ਰਾਤ ਅੱਗੇ ਤੁਰੀ ਜਾਂਦੀ ਹੈ, ਜੇ ਦਿਨ ਚੜਿਆ ਤੇ ਦਿਨ ਅੱਗੇ ਤੁਰਿਆ ਜਾਂਦਾ। ਵਿਸਤਾਰ ਪਸਾਰਾ। ਇੱਕ ਜਗ੍ਹਾ ਤੇ ਬਾਣੀ ਤੇ ਆਉਂਦਾ ਹੈ ਬ੍ਰਹਮ ਪਸਾਰਾ ਹੈ, ਬ੍ਰਹਮ ਪਸਰਦਾ ਜਾ ਰਿਹਾ। ਉਹ ਜਿਹੜਾ ਇੱਕ ਪੱਤੇ ਤੋਂ ਦੂਜਾ ਪੱਤਾ ਬਣਨਾ ਹੈ, ਉਹਦੀ ਜਿਹੜੀ એનર્ਜੀ ਹੈ, ਜਿਹੜੀ ਉਹਦੀ ਡਿਜ਼ਾਈਨਿੰਗ ਹੋ ਰਹੀ ਹੈ, ਹਲੇ ਤੁਹਾਨੂੰ ਵੇਖ ਨਹੀਂ ਰਹੀ। ਤੁਹਾਨੂੰ ਜਦੋਂ ਬੋਡੀ ਬਣ ਜਾਏਗਾ, ਪੱਤਾ ਬਣ ਜਾਏਗਾ, ਤੁਹਾਨੂੰ ਫਿਰ ਨਜ਼ਰ ਆਏਗਾ। ਸੰਤ ਨੂੰ ਉਹ ਚੀਜ਼ ਨਜ਼ਰ ਆ ਰਹੀ। ਛੋਟੀ ਜੀ ਗੱਲ ਤੋਂ ਵੱਡੀ ਸਮਝ ਲਓ। ਹੁਣ ਤੁਹਾਨੂੰ, ਤੁਸੀਂ ਸੂਖਸ਼ਮ ਚੀਜ਼ ਨਾਲ ਵੇਖੋਗੇ, ਤੁਹਾਨੂੰ ਭਰੂਣ ਨਜ਼ਰ ਆਏਗਾ। ਮਸ਼ੀਨ ਤੋਂ ਬਗੈਰ, ਸ਼ੀਸ਼ੇ ਤੋਂ ਬਗੈਰ ਭਰੂਣ ਵੀ ਨਹੀਂ ਵੇਖਦਾ, ਇੰਨਾ ਸੂਖਸ਼ਮ ਹੈ। ਤੇ ਸੰਤ ਨੂੰ ਉਹ ਬੱਚਾ ਨਜ਼ਰ ਆ ਰਿਹਾ ਹੈ ਜਿਹੜਾ ਉਸ ਭਰੂਣ ਤੋਂ ਬਣਨਾ ਹੈ। ਹੁਣ ਆ ਗਈ ਸਮਝ? ਬ੍ਰਹਮ ਗਿਆਨੀ ਨੂੰ ਉਹ ਆਤਮਾ ਨਜ਼ਰ ਆ ਰਹੀ ਹੈ ਜਿੰਨੇ ਉਹਦੇ ਚ ਆਉਣਾ ਹੈ। ਐ ਸਮਝ ਲਓ, ਸੌਖਾ ਸਮਝ ਆ ਜਾਏਗਾ। ਇਹ ਨਹੀਂ ਕੋਈ ਮਰ ਗਿਆ ਤੇ ਬੰਦ ਹੋ ਗਿਆ, ਖਤਮ ਹੋ ਗਿਆ, ਕਿਸੇ ਦਾ ਸਰੀਰ ਪੂਰਾ ਹੋ ਗਿਆ ਤੇ ਉਹ ਰੁਕ ਗਿਆ ਨਾ। ਇਹ ਦੁਨੀਆ ਵਾਸਤੇ ਰੁਕ ਗਿਆ। ਤੁਸੀਂ ਸਮਝਦੇ ਹੋ ਕਿ ਅੱਜ ਹੰਸ ਮੁਨੀ ਮਹਾਰਾਜ ਜੀ ਦਾ ਜਿਹੜਾ ਚੋਲਾ ਹੈ,
ਉਹਨਾਂ ਨੇ ਅੱਜ ਛੱਡ ਦਿੱਤਾ ਤੇ ਉਹਨਾਂ ਦਾ ਜੀਵਨ ਰੁਕ ਗਿਆ। ਨਹੀਂ, ਉਹ ਅੱਗੇ ਵਧ ਗਏ, ਅੱਗੇ ਤੁਰ ਗਏ, ਉਹਨਾਂ ਦਾ ਸਫ਼ਰ ਅੱਗੇ ਤੁਰ ਗਿਆ। ਕਿਹਦੇ ਹੁਕਮ 'ਚ ਤੁਰ ਗਿਆ? ਬ੍ਰਹਮ ਦੇ ਹੁਕਮ 'ਚ। ਕਿਹਦੇ ਹੁਕਮ 'ਚ ਤੁਰ ਗਿਆ? ਬ੍ਰਹਮ ਦੇ ਹੁਕਮ 'ਚ। ਹੁਣ ਜਿਨ੍ਹਾਂ ਦਾ ਸਰੀਰ ਕਰਕੇ ਉਹਨਾਂ ਨਾਲ ਨਹੀਂ ਸੀ, ਉਹਨਾਂ ਦਾ ਸਰੀਰ ਤੱਕ ਹੀ ਰਹਿ ਜਾਏਗਾ। ਉਹ ਆਪਣੇ ਦਿਮਾਗ 'ਚ ਸੋਚਣਗੇ, ਖਤਮ। ਜਿਨ੍ਹਾਂ ਦਾ ਆਤਮਾ ਕਰਕੇ ਸੀ, ਉਹਨਾਂ ਵਾਸਤੇ ਕੁਝ ਵੀ ਨਹੀਂ ਹੋਇਆ। ਉਹਨਾਂ ਵਾਸਤੇ ਤਾਂ ਕੰਮ ਨੇੜੇ ਹੋ ਗਿਆ। ਸਰੀਰ ਨੂੰ ਤਾਂ ਕੋਈ ਫੜ ਸਕਦਾ ਸੀ, ਕਾਬੂ ਕਰ ਸਕਦਾ ਸੀ, ਉਹਨਾਂ ਨੂੰ ਕਿਸੇ ਨਾ ਕਿਸੇ ਪ੍ਰਭਾਵ 'ਚ ਲੈ ਸਕਦਾ ਸੀ। ਇਹ ਬ੍ਰਹਮ ਦਾ ਪਸਾਰਾ ਹੈ। ਇੱਥੇ ਬੁਰੇ ਕਰਮ ਵਾਲਾ ਵੀ ਵਧ ਰਿਹਾ, ਕੋਈ ਬੁਰਾਈ ਵੱਲ ਵਧ ਰਿਹਾ, ਕੋਈ ਚੰਗਾਈ ਵੱਲ ਵਧ ਰਿਹਾ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮਾਂ ਮੁਤਾਬਕ ਹਰ ਚੀਜ਼ ਵੱਧਦੀ ਪਈ ਹੈ। ਜੇ ਕੰਡਿਆਂ ਵਾਲਾ ਦਰਖਤ ਹੈ ਤੇ ਉਹ ਵੀ ਵੱਧਦਾ ਪਿਆ, ਜੇ ਅੰਬ ਦਾ ਪੇੜ ਹੈ ਤੇ ਉਹ ਵੀ ਵੱਧਦਾ ਪਿਆ, ਜੇ ਮਾੜੇ ਕਰਮਾਂ ਵਾਲਾ ਕੋਈ ਉਹ ਵੀ ਵੱਧਦਾ ਪਿਆ। એનર્ਜੀ ਤੁਰੀ ਜਾ ਰਹੀ ਹੈ, ਚੱਲੀ ਜਾ ਰਹੀ ਹੈ। ਹੁਣ ਮੰਨ ਲਓ ਪਰਮਾਤਮਾ ਨੇ ਕਿਸੇ ਨੂੰ ਇੱਕ ਸਰੀਰ ਵਿੱਚੋਂ ਕੱਢ ਲਿਆ, ਕਿਸੇ ਦੀ ਹੋਰ ਉਦਾਹਰਨ ਲੈ ਲਓ, ਉਹਨੂੰ ਜਿਸ ਕੰਮ ਤੇ ਅੱਗੇ ਲਾਉਣਾ ਉੱਥੇ ਲਾਤਾ ਹੈ ਤੇ ਅੱਗੇ ਵਧ ਗਿਆ ਨਾ, ਅੱਗੇ ਵਧ ਗਿਆ ਨਾ। ਤੇ ਕਿਉਂ ਕਹਿੰਦੇ ਆ ਇਹ ਬ੍ਰਹਮ ਹੈ, ਇਹ ਜੀਵ ਬ੍ਰਹਮ ਹੈ? ਕਿਉਂਕਿ ਉਹ ਬ੍ਰਹਮ ਦੀ ਅੰਸ਼ ਹੈ, ਉਹ ਬ੍ਰਹਮ ਦਾ ਰੂਪ ਹੈ। ਉਹ ਬ੍ਰਹਮ ਆਪਣਾ ਪਿਛਲਾ ਕੰਮ ਕਰਕੇ ਅੱਗੇ ਵਧ ਗਿਆ, ਨਵੀਂ ਨੌਕਰੀ ਜਾ ਲੱਗਿਆ। ਜਿੱਥੇ ਕਿਤੇ ਪੈਦਾ ਹੋਣਾ, ਮੰਨ ਲਓ 2 ਸਾਲ ਨੂੰ ਪੈਦਾ ਹੋਣਾ, ਅੱਜ ਇੱਕ ਦਿਨ ਘਟ ਗਿਆ, ਅੱਜ ਰਾਤ ਘਟ ਗਈ, ਬਾਕੀ ਕਿੰਨੇ ਦਿਨ ਰਹਿ ਗਏ? 2 ਸਾਲਾਂ ਦੇ ਵਿੱਚੋਂ ਕਿੰਨੇ ਦਿਨ ਰਹਿ ਗਏ? 24 ਮਹੀਨੇ ਹੁੰਦੇ 2 ਸਾਲਾਂ 'ਚ। ਮੰਨ ਲਓ 23 ਮਹੀਨੇ ਤੇ ਕਿੰਨੇ 30 ਦਾ ਮਹੀਨਾ ਹੋਏਗਾ ਤੇ 29 ਦਿਨ ਰਹਿ ਗਏ, ਇੱਕ ਦਿਨ ਘਟ ਗਿਆ, ਅੱਗੇ ਵਧ ਗਏ ਨਾ। ਐਦਾਂ ਚੱਲਿਆ ਜਾ ਰਿਹਾ ਸੰਸਾਰ। ਇਹ ਨਹੀਂ ਕਿ ਤੁਸੀਂ ਰੁਕੇ ਹੋਏ ਹੋ, ਤੁਹਾਡਾ ਜੀਵਨ ਅੱਜ ਦਾ ਦਿਨ ਤੁਹਾਡਾ ਬੀਤ ਗਿਆ, ਤੁਸੀਂ ਇੱਕ ਦਿਨ ਅੱਗੇ ਵਧ ਗਏ। ਮੂਰਖ ਸੋਚਦਾ ਮੇਰਾ ਇੱਕ ਦਿਨ ਘਟ ਗਿਆ, ਘਟ ਨਹੀਂ ਗਿਆ, ਤੁਸੀਂ ਅੱਗੇ ਵਧ ਗਏ ਹੋ। ਕਦੇ ਬ੍ਰਹਮ ਘਟਦਾ ਨਹੀਂ। ਤੁਹਾਡੀ ਸੋਚ ਤੇ ਬ੍ਰਹਮ ਗਿਆਨੀ ਦੀ ਸੋਚ ਕੀ ਅੰਤਰ ਹੈ? ਤੁਸੀਂ ਕਹਿੰਦੇ ਹੋ ਮੈਂ 30 ਸਾਲਾਂ ਦਾ ਹੋ ਗਿਆ, ਮੇਰਾ ਜ਼ਿੰਦਗੀ 'ਚੋਂ 1 ਸਾਲ ਘਟ ਗਿਆ। ਜਦੋਂ ਕੋਈ ਇਹ ਗੱਲ ਕਹਿੰਦਾ ਸੀ ਸਮਝ ਲੈਂਦੇ ਆ ਇਹ ਕੌਣ ਹੈ, ਇਹ ਦੁਨਿਆਵੀ ਬੰਦਾ। ਘਟਿਆ ਕਿੱਥੇ? ਵੱਧ ਗਿਆ, ਇਹ ਤੋਂ ਅੱਗੇ ਵੱਧ ਗਿਆ। ਇਹਨੇ ਜਿੱਧਰ ਨੂੰ ਇਹਦੀ ਯਾਤਰਾ ਚੱਲੀ ਜਾ ਰਹੀ ਹੈ, ਇਹ ਉਧਰ ਅੱਗੇ ਵੱਧ ਗਿਆ। ਹੁਣ ਕੱਲ ਕਿਹਾ ਸੀ 2 ਘੰਟੇ ਭਰੂਣ ਦੀ ਆਜੂ ਹੈ, ਹੁਣ 2 ਘੰਟਿਆਂ ਬਾਅਦ ਭਰੂਣ ਮਰ ਗਿਆ, ਇਹਦਾ ਮਤਲਬ ਖਤਮ ਹੋ ਗਿਆ? ਨਹੀਂ, ਉਹਦੀ ਊਰਜਾ ਆ ਕੇ ਦੁਬਾਰਾ ਫਿਰ ਭਰੂਣ ਬਣ ਗਈ, ਫਿਰ ਲਾਈਨ 'ਚ ਲੱਗ ਗਿਆ। ਇਸ ਵਾਰੀ ਨਹੀਂ, ਅਗਲੀ ਵਾਰੀ, ਅਗਲੀ ਵਾਰੀ ਨਹੀਂ, ਅਗਲੀ ਵਾਰੀ, ਅਗਲੀ ਵਾਰੀ ਨਹੀਂ, ਅਗਲੀ ਵਾਰੀ। ਤੇ ਜੇ ਉਹਦੀ એનર્ਜੀ ਉੱਥੇ ਹੀ ਖਤਮ ਹੋ ਜਾਏ, ਉਹ ਦਿਲ ਛੱਡ ਜਾਏ, ਅੱਗੇ ਦੁਬਾਰਾ ਨਾ ਵਧੇ, ਉਹ ਕਦੇ ਜਨਮ ਲੈ ਸਕਦਾ? ਨਹੀਂ ਲੈ ਸਕਦਾ। ਇਸ ਕਰਕੇ ਇਸ ਦੁਨੀਆ ਤੇ ਕੁਝ ਨਹੀਂ ਰੁਕਦਾ। ਇੱਥੇ ਜਿਹੜਾ ਅੱਜ ਝਾੜੀ ਦਾ ਇੱਕ ਪੱਤਾ ਕੱਲ ਨੂੰ 2 ਹੋ ਜਾਣਗੇ। ਜੇ ਉਹ ਸੜ ਵੀ ਜਾਏਗਾ ਪੌਦਾ, ਉਹ ਕਿਤੇ ਹੋਰ ਜਨਮ ਲਏਗਾ। ਜੇ ਉਹ ਸਰੀਰ ਖਤਮ ਹੋ ਗਿਆ, ਉਹ ਕਿਤੇ ਹੋਰ ਜਨਮ ਲਏਗਾ। ਇਸ ਕਰਕੇ ਬ੍ਰਹਮ ਦਾ ਪਸਾਰਾ ਸਦਾ ਹੀ ਚੱਲਦਾ ਰਹਿੰਦਾ। ਤੁਸੀਂ ਆਪਣੀ ਜ਼ਿੰਦਗੀ ਨੂੰ ਰੁਕਿਆ ਹੋਇਆ ਨਾ ਸਮਝੋ, ਤੁਸੀਂ ਸਮਝੋ ਗੱਡੀ ਚੱਲ ਰਹੀ ਹੈ। ਜਿੰਨੀ ਤੁਸੀਂ ਬੰਦਗੀ, ਸਿਮਰਨ, ਸੇਵਾ, ਖੁਸ਼ੀ, ਆਨੰਦ, ਪਿਆਰ, ਸਤਿਕਾਰ ਜਿੰਨਾ ਇਕੱਠਾ ਕਰ ਸਕਦੇ ਹੋ, ਉਹਨਾਂ ਆਪਣੇ ਖਜ਼ਾਨੇ 'ਚ ਪਾਓ। ਉਨੀ ਆਪਣੀ ਕੱਲ ਮਾਰੇ ਨਹੀਂ ਕਹੀ ਪਾਣੀ ਇਕੱਠਾ ਕਰੋ, ਅੱਗ ਬੁਝਾਉਣ ਦੇ ਕੰਮ ਆਏਗਾ। ਸਮੁੰਦਰ ਨਾਲ ਜੁੜ ਗਏ, ਭਾਵੇਂ ਸਾਰੇ ਸੰਸਾਰ ਦੀ ਅੱਗ ਬੁਝਾ ਦਿਓ। ਜੇ ਆਪਣੇ ਪਾਣੀ ਨਾਲ ਬੁਝਾਓਗੇ ਤੇ ਗਿਣੀ ਮਿੱਠੀ ਬੁਝਾਓਗੇ, ਜਿੰਨੀ ਕਿ ਲੱਗੀ ਓਨੀ ਬੁਝਾਓਗੇ। ਸੋ ਅੱਜ ਸਤਸੰਗ ਦਾ ਸਮਾਂ
1 ਘੰਟਾ ਹੈ, थोड़े बहुते मिनट ऊपर जा सकते ने। इस करके तुसी अपनी जागृत अवस्था, एक जागृत होंदा है नींद चो जागना, एक होंदा होश च रहना, बोलना सोच के समझ के, एक एक कदम सोच के पुटना। जागृत सब तो वड्डी भगती दा गुण है, जागदे रहना। संत महात्मा से बात करनी जाग के करनी, ये नहीं बेहोशी दे विच जो दिल च आया सिट दिओ अगे। महाराज जी इनू की जमेगा, महाराज जी ये की बनेगा, आ की बनेगा, ओ की बनेगा। महात्मा नाल महात्मा वर्गी गल करो। महात्मा ब्रह्म दे शिखर ने, पुछो बात कोई ब्रह्म दी, जे तुहाडे पल्ले है गया तुहाडा पता लगे तुसी किन्ने के ब्रह्म दे पुजारी हो। संत कोल रह के तुसी संसार दीयां गल्लां पुछी जांदे, लोभ दीयां लालच दीयां गल्लां पुछी जांदे। जदों भगती कर रहे हो, भगती ते भरोसा रखो, बंदगी ते भरोसा रखो, संत दी सेवा ते भरोसा रखो। इस करके जागृत अवस्था च रहना सब तो वड्डा भगती दा मूल गुण है, जागृत रहना, सुत्तियां होया भी जागना, सुत्तियां होया भी जागना। मेरा सिमरन ना बंद हो जाए, उठत बैठत सोवत जागत ए मन तुझे चितारे। चेता हथकार वाल, चित यार वाल। की कहंदे ने? कहंदे ने सो वड्डा जिन राम लिव लाई। हुण जेड़ा ओ परिवार सी, अमीर नूं वड्डा नहीं किया, कहंदे तुसी की गिणदे हो माया वड्डी? कहंदे नहीं, वो जिन्हें गुणकारी परिवार मंगया सी। महाराज जी भले वाला परिवार होवे, महाराज जी मेरे बच्चियां दे विच सिमरन होवे, सेवा होवे, उन्हां नूं वड्डा किया। महाराज ने कहंदे सो वड्डा जिन राम लिव लाई। लिव की प्रेम प्यार किदे नाल? राम नाल। एक राम दशरथ का बेटा, एक राम घट घट में परवेता। वो अवतार ने श्री रामचंद्र, पर एक राम वो है जिहड़ा तुहाडे अंदर श्वास श्वास दे विच चलदा पिया। तुहाडी नब्ज धड़कदी है, उंगल ला के वेखो, वो कह रही है राम 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 राम। देखो कह रही, कह रही, बोल रही राम 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 राम। तुहाडी नब्ज कह रही, तुहाडा श्वास कह रहा राम 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 राम। बस यही प्रीत बन जाएगा, यही तुहानू अंदर बैठी परमेश्वर तक पहुंचा देगा। भूमिया भूम ऊपर नित लूजे, जमीना पिछे लड़दे लोकी, जायदादां पिछे, प्लाटां पिछे, गोठां पिछे, भवनां पिछे, बिल्डिंगां पिछे। किसी नूं पुछो जेड़ा जिंदगी च लड़ाई करदा 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 इन्ना कुछ जमीन बनाई, किसी ने 5 मंजिला, किसी ने 10 मंजिला घर बनाया, कोठी बनाई, भवन बनाया, मंदिर बनाया, गुरुद्वारा बनाया। जिस दिन जान लगे उस दिन काम आया। की काम आया? काम आया कुछ हथों की कमा? कारण बनया, बुराई का कारण बनया, और अगे बनेगा। उस धन पिछे, उस माया पिछे कईयां दा अमान डोलेगा, कईयां ने आपदे परिवार घर करा लेने हैं मन च सोच के, गलत सोच के। कईयां ने अपने सिमरन बंद करा लेने हैं, कईयां ने सजा खा जानी है, कईयां नूं गालेगा। देखना तुसीं वो कईयां नूं गर्क करेगा।
और कर रहा है, जिन्हां दियां हड्डियां च बह गया, जिहड़े सुपने लेंदे ने दिन रात भवन दे, जिहड़े तैयारियां करके बैठे ने, देखते जाओ, देखते जाना। जो हुण तक दिखाया हो अगे भी दिखा देंगे। सच है, हिम्मत रखो देखने की, सब कुछ आएगा सामने। कोई झूठ थोड़ी दिखाया, सच दिखाया। बंदा कई बारी छोटी मच्छी दे बहाने मगरमच्छ नूं हथ पा लैंदा है। कई बारी उलझ जाता, उलझो ना, उलझो। जब लगना हो समुद्र में, जदों तक जीवन है उदों तक डर के रहो। महाराज जी, परमेश्वर अकाल पुरख जी, ये सब कुछ तेरा, कृपा करी ये मेरे जान तो बाद भी ये भले दे काम आवे। जे को मैं पिछे धन राशि को छड़ भी चलिया, औलाद भी धन राशि है, बच्चे भी संपत्ति ने तुहाडी, ये चंगे कर्म करन, ये चंगे कर्म करन। कहंदे छोड़ चलिया तृष्णा नहीं बूझी, होया है। देखो मैं शब्द कढ़िया नहीं, आपे ही आ गया, आपे। कहंदे छड़ के चला गया, छड़ के चले गए लोग, ते आत्मा उस तृष्णा दे विच ही चली गई। सफर अगे वध गया, सुरत उत्थे ही रह गई। वो जिहड़ी चंगी चीज जोड़ी सी ना, थोड़ी थोड़ी करके वो तृष्णा का कारण बन गया। जदों चंगे पासे जाण दा समा आया, जदों टेस्ट होया, पेपर होया, उदों वो चीज विच रोड़ा बन गया। जदों चंगा समा आया, जदों कुछ प्राप्ति होनी सी, उदों वो चीज विच रोड़ा बन गया। वो तृष्णा बन के विच अड़ के खड़ गई, जो लाभ मिलना सी वो नहीं मिल सके। जिथे एक पासे जीवन दे विच भगती भी कीती, बंदगी भी कीती, सेवा भी कीता, सिमरन भी कीता, पर दूजे पासे नाल जिहड़ी विख बन गई, जहर बन गई, लोड़ तो ज्यादा हो गई, इहदे नालों ना हुंदी, ना हुंदी तो चंगा हुंदा, ना हुंदा। ये हालात ना बनदे। छोड़ चले तृष्णा नहीं बूझी, उदा ही तृष्णा चली गई। महाराज दी बाणी कहंदी है, इको चीज तेरे काम आएगी प्यारिया, कहो नानक के तत विचारा। कहते फिर निचोड़ कढ़ लिया, हुण वड्डियां दा भी कढ़ लिया, तृष्णा दा भी कढ़ लिया, जमीन दा भी कढ़ लिया, सारा कढ़ लिया। वो कहंदे एक मान करते अपने भजन ते कर बस। कदे दुनियावी चीज ते, धी ते, पुत्र ते, धन ते, रिजक ते अपना दावा ना करो। पुत्र पैदा करते ने, परमात्मा नूं पुत्र नूं कहो, पुत तू रस्ता सी मेरे राही आउण दा, मैं अपना फर्ज निभाते हैं, तू खुदा दा पुत्र है, तू रब दा पुत्र है, तू हुण रब दा पुत्र बन के जीवी। तू अपनी सुरत बिरत च ना रखी मैं किहदा पुत्र, मैं ब्रह्मा। जे तू जानना भी है तो मेरी आत्मा नूं जान, मेरा फर्ज सी तेनू पैदा करना, क्योंकि ब्रह्म पैदा करदा है, ब्रह्म परवरिश करदा है, ब्रह्म अगे तोरदा है। मैं तेनू भरूण तो लैके जवान करन तक दा मेरा सफर है। इस कुख नूं दाग ना लाई।
अपना फर्ज पछाण, सपुर्द कर दो, दान कर दो परमात्मा नूं। रब्बा ये तेरे वाले, ये तेरी संपत्ति। बस मन दे विच अपना आखिरी समा आउण तो पहला पहला जिहड़ी चीज भी तुहाडा प्रभाव खिचदी पई है ओहदा इलाज कर दिओ। जां तां किसी नूं दे दिओ जां ओहदा कोई इलाज कर दिओ। ਉਹਨੂੰ मन चों कढ़ दिओ, दिमाग चों कढ़ दिओ। दिमाग च केवल तुहाडे भजन, बंदगी, सिमरन, सुन, नाद कुछ भी रह जाए, शब्द रह जाए तां भी भला, नाद रह जाए उदू भला। ते संत कहंदे ने जे किते तू समाधि च चला जाए, सुन च चला जाए, परमेश्वर दी गोद हुंदी है सुन, रब दी गोद हुंदी है सुन। इनू रब दी बुकल कहंदे ने, स्वर्ग कहंदे ने, जिथे स्वर्ग, स्वर्ग की है सुख दा शिखर, सो वर्ग जिथे सुख वरतदा है। वर्ग की हुंदा है थां, आप कहना इन्ने वर्ग फुट है, वर्ग जमीन, खिता, जगह, केड़ा सो वर्ग जिथे सुख दा अंत है। ते सुन दे विच की है, ना कोई तृष्णा है, ना कोई भुख है, ना कोई प्यास है, ना उथे काम है, ना लोभ है, ना मोह है, ना अहंकार है, ना अपना है। इथों तक कि जिहड़ा आपदा शरीर हुंदा है ओहदा भी मोह नहीं हुंदा, ओहदे विच भी वापस जाण नूं दिल नहीं करदा। ओहदा भी जिहड़ा बोध है ओहदा खत्म हो जाता है, सुपने वांगू याद होता है कि मैं किसी दूजे देश च आया ते मेरा देश दूजे देश च मेरा शरीर पिया है। पर इस अवस्था नूं बरकरार भी रखिया करो, ये ना होवे जीवन च प्राप्ति करके ते फिर छाल बंदा थले मार ले। चढ़िया चढ़ाया रेल गड्डी दे विच ते पानी पीण उतरिया, कोई चीज लैण उतरिया, सोच करन उतरिया, ते उत्थे किसी नाल मोह पा बैठा ते गड्डी अगे निकल जाए ते तुसीं उस स्टेशन ते रह जाओ। मुड़ के फिर भागां नाल ही गड्डी मिलदी। एक बारी रिजर्वेशन जिहड़ी होई होवे जी ओ निकल जाए, ओ जहाज उड़ जाए, फिर नहीं उहदे च चढ़िया जांदा। फिर तां दोबारा जहाज बनेगा, शरीर मिलेगा, फिर नदी नाम संजोगी मिले, बड़ा लंबा। सो इना अज दा जिहड़ा उपदेश है इनू अपने पल्ले बन्नो, इनू खजाने च पाओ। वड्डा बनना चंगी गल है, पर नाल ब्रह्म होवे। माया चंगी गल है, गुजरान तक सीमित रहे। गुजरान जिन्हें अज दिता याद रखना वो कल भी देगा। जिन्हें अज किसी नूं भेजिया ना वो कल भी भेजेगा किसी। अज सानू पता सी किसी ने आना है, नहीं पता सी, ना सानू पता सी किन्ने जाना है। वो भुखा नहीं रखता। सैल पत्थर में जंतु पाए, ताका रिजक आगे करता रहे। इन्हीं बेनतियां प्रवान कर लो, चोली च पवा लो। ये संत बख्शिश है, कृपा है, दया है, मेहर है। इनू अपनी झोली च पवाओ, सारे फतेह बुलाओ। आखो जी वाहिगुरु जी का खालसा, वाहिगुरु जी की